RSS ਦੇ ਕਾਰਕੁਨਾਂ ਵੱਲੋਂ ਇੱਕ ਪੱਥਰਬਾਜ਼ੀ ਹੁੰਦੀ ਹੈ, ਅਟੈਕ ਕੀਤਾ ਜਾਂਦਾ ਹੈ ਬੈਠੇ ਕਿਸਾਨਾਂ ਦੇ ਉੱਤੇ। ਇਹ ਸਾਰੀ ਦੁਨੀਆ ਦੇਖਦੀ ਹੈ ਤੇ ਨਾਲ ਪਰ ਜਿਹੜੀ ਉੱਥੇ ਇੱਕ ਖਾਸ ਗੱਲ ਵੱਡੇ ਦੁੱਖ ਵਾਲੀ ਲੋਕੀ ਮਨਾ ਰਹੇ ਆ ਵੀ ਪੁਲਿਸ ਦੀ ਭੂਮਿਕਾ ਬੜੀ ਮਾੜੀ ਸੀ। ਉਹ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਤੁਸੀਂ ਪੁਲਿਸ ਦੇ ਸਾਰੇ ਕਾਇਦੇ ਕਾਨੂੰਨ ਜਾਣਦੇ ਹੋ। ਪੁਲਿਸ ਦੀ ਭੂਮਿਕਾ ਜਿਹੜੀ ਆ, ਜੇ ਮੈਂ ਇਹਨੂੰ ਕਹਾਂ ਵੀ ਉਹ ਬਿਲਕੁਲ ਨਖਿੱਧ। ਜਿਹੜੇ ਪੁਲਿਸ ਕਮਿਸ਼ਨਰ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਜੋ ਦਿੱਲੀ 'ਚ ਉਹਨਾਂ ਦੀ ਦੇਖ ਰੇਖ ਥੱਲੇ ਹੋ ਰਿਹਾ। ਮੇਰਾ ਖਿਆਲ ਹੈ ਕਿ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਆ ਨਾ ਵੀ ਇੱਕ 5ਵੀਂ ਪਾਸ ਬੱਚੇ ਨੂੰ ਕੋਈ ਪੇਪਰ ਪਾਈਏ ਤੇ 5ਵੀਂ ਪਾਸ ਬੱਚੇ ਦੇ ਲੈਵਲ ਦਾ ਪੇਪਰ ਹੋਵੇ ਤੇ ਜਿਹੜਾ ਇੱਕ ਗ੍ਰੈਜੂਏਟ ਲੈਵਲ ਦਾ ਬੰਦਾ ਉਹਦਾ ਸਵਾਲ ਦਾ ਆਨਸਰ ਨਾ ਦੇ ਸਕੇ, ਉਹ ਇਹੋ ਜਿਹਾ ਵਿਹਾਰ ਕਰ ਰਹੇ ਨੇ। ਅੱਜ ਉਹਨਾਂ ਦਾ ਜੋ ਜਿਸ ਤਰੀਕੇ ਨਾਲ ਉੱਥੇ ਗੁੰਡਾਗਰਦੀ ਦਾ ਨੰਗਾ ਨਾਚ ਪੁਲਿਸ ਦੇ ਸਾਹਮਣੇ ਖੜੇ ਕਰਕੇ ਕੀਤਾ ਜਾ ਰਿਹਾ, ਉਹ ਸਿੱਧਾ ਦਾ ਸਿੱਧਾ ਮੈਂ ਸਮਝਦਾ, ਜੋ ਮੇਰੀ ਸੋਚ ਆ, ਉਹ ਦਿੱਲੀ ਪੁਲਿਸ ਕਮਿਸ਼ਨਰ ਅਲੋਕ ਵਰਮਾ ਦੀ ਵਰਦੀ ਉੱਤੇ ਬੜਾ ਵੱਡਾ ਧੱਬਾ ਆ। ਪ੍ਰੈਸ ਕਾਨਫਰੰਸ ਕਰਦੇ ਨੇ ਤੇ ਬੜੇ ਆਰਾਮ ਨਾਲ ਕਦੀ ਇਹਦੇ ਤੇ ਦੋਸ਼ ਲਾ ਦਿੰਦੇ ਨੇ, ਕੋਈ ਉਹਦੇ ਤੇ ਦੋਸ਼ ਲਾ ਦਿੰਦੇ ਨੇ। ਤਾਂ ਤੁਸੀਂ ਕੀ ਕਰ ਰਹੇ ਸੀਗੇ ਜੀ? ਪੁੱਟਿਆਂ ਦੇ ਬੰਦੇ ਗਿਣ ਦਿੰਦਾ ਜੇ SHO ਜੇ ਨਖਿੱਧ ਨਾ ਹੋਵੇ ਤਾਂ। ਇਹ ਤਾਂ ਪੁਲਿਸ ਕਮਿਸ਼ਨਰ ਹੋ ਤੁਸੀਂ ਕਮਾਂਡ ਕਿਹਨੂੰ ਕਰ ਰਹੇ ਹੋ? ਕਿਹੜੀ ਤੁਹਾਡੀ ਨੱਕ ਥੱਲੇ ਲੋਕਾਂ ਦੇ ਨਾਲ ਜ਼ੁਲਮ ਹੋ ਰਿਹਾ। ਜਿਵੇਂ ਲੋਕੀ ਆਮ ਕਰਕੇ ਕਹਿ ਰਹੇ ਆ ਵੀ ਜਿਹੜੀ ਪੁਲਿਸ ਹੈ ਕਾਨੂੰਨ ਦੀ ਰੱਖਿਆ ਕਰਨ ਵਾਸਤੇ ਹੈ, ਤੇ ਪਰ ਹੁਣ ਇਹ ਪੁਲਿਸ ਜਿਹੜੀ ਹੈਗੀ ਆ, ਸਾਡੇ ਜਿਹੜੇ ਰਾਜਨੀਤਿਕ ਲੀਡਰ ਹੈ, ਇਹਨਾਂ ਦੀ ਰਖੇਲ ਕਿਵੇਂ ਬਣ ਗਈ? 1984 ਤੋਂ ਲੈ ਕੇ ਇਹ ਰਖੇਲ ਬਣੀ ਹੋਈ ਆ। ਜਦੋਂ ਤੁਸੀਂ ਪੁਲਿਸ ਅਫਸਰ ਸੀ, ਤੁਸੀਂ ਇੰਸਪੈਕਟਰ ਹੈਗੇ ਹੋ, ਤੇ ਤੁਹਾਡੇ ਉੱਤੇ ਵੀ ਪ੍ਰੈਸ਼ਰ ਬਣਦੇ ਇਸ ਤਰ੍ਹਾਂ ਦੇ? ਮੈਂ ਜੇ ਕਹੂੰਗਾ ਨਹੀਂ ਬਣਦੇ, ਝੂਠ ਆ। ਕੱਲੇ ਬੰਦੇ ਦੀ ਗੱਲ ਦਾ ਪਤਾ ਹੁੰਦਾ ਜੀ, ਐਵੇਂ ਬਕਵਾਸ ਕਰ ਰਹੇ ਆ ਇਹ ਕਮਿਸ਼ਨਰ ਸਾਹਿਬ। ਜੇ ਇਹ ਗੱਲ ਕਹਿ ਰਹੇ ਆ ਵੀ ਹਾਂ ਮਤਲਬ ਜਾਂ ਫਲਾਣੇ ਨੇ ਕਰਤਾ ਜੀ, ਉਹ ਧਮਕਾਣੇ ਨੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਜੀ, ਇਹਨਾਂ ਨੇ ਐਂ ਭੜਕਾਤਾ ਜੀ, ਉਹ ਭੜਕਾਤਾ ਜੀ, ਇਹਨਾਂ ਨੂੰ ਸਭ ਪਤਾ ਸੀਗਾ ਜੀ। ਆਰਗੇਨਾਈਜ਼ਡ ਕ੍ਰਾਈਮ ਨਹੀਂ ਹੋਣਾ ਚਾਹੀਦਾ। ਆਰਗੇਨਾਈਜ਼ਡ ਕ੍ਰਾਈਮ ਕੀ ਹੈ? ਜਿਹੜਾ ਪੁਲਿਸ ਅਫਸਰ ਨੂੰ ਪਤਾ ਆ ਵੀ ਇਹ ਹੋਣਾ ਆ, ਇਦਾਂ ਹੋ ਰਿਹਾ ਆ ਇੱਥੇ ਜਾਂ ਇੱਥੇ ਹੋ ਰਿਹਾ, ਉਹਦੀ ਨੱਕ ਥੱਲੇ ਜਿਹਨੂੰ ਕਹਿ ਦਿੰਦੇ ਆ। ਫਿਰ ਜਿਹੜਾ ਕੱਲ ਸੀ ਉਹ ਆਰਗੇਨਾਈਜ਼ਡ ਕ੍ਰਾਈਮ ਸੀ? ਬਿਲਕੁਲ ਆਰਗੇਨਾਈਜ਼ਡ ਸੀਗਾ ਜੀ, ਸਾਰਾ ਕੁਝ ਆਰਗੇਨਾਈਜ਼ਡ ਸੀਗਾ। ਉਹਦਾ ਆਰਗੇਨਾਈਜ਼ਰ ਕੌਣ ਸੀ ਜੀ? ਡਾਇਰੈਕਸ਼ਨ ਸੀਗੀ ਜੀ ਉਹਦੇ ਬੌਸ ਵੱਲੋਂ ਜੀ, ਕਰਾਇਆ ਸਾਰਾ ਕਮਿਸ਼ਨਰ ਨੇ। ਸ਼੍ਰੀ ਟਕੈਤ ਸਾਹਿਬ ਦੇ ਇੱਕ ਅਥਰੂ ਦੇ ਵਗਿਆਂ ਪਾਣੀ ਉਹਨਾਂ ਦੀਆਂ ਅੱਖਾਂ 'ਚੋਂ ਡਿੱਗਿਆ ਤੇ ਲੋਕ ਟੁੱਟ ਕੇ ਮਗਰ ਪੈ ਗਏ। ਉਸ ਬੱਚੇ ਦਾ ਤੇ ਖੂਨ ਡੁੱਲਿਆ, ਉਹਦਾ ਕੋਈ ਮੁੱਲ ਨਹੀਂ ਪਊਗਾ। ਪੁਲਿਸ ਜਿਹੜੀ ਆ ਉਹ ਆਪਣਾ ਫਰਜ਼ ਨਹੀਂ ਨਿਭਾ ਰਹੀ ਜੀ। ਮੇਰੇ ਹਿਸਾਬ ਨਾਲ ਉਹ ਫਰਜ਼ ਨਹੀਂ ਨਿਭਾ ਰਹੀ। ਜੋ ਫਰਜ਼ ਵਰਦੀ ਦਾ ਆ ਉਹ ਨਹੀਂ ਨਿਭਾਇਆ ਜਾ ਰਿਹਾ। ਉਹ ਕਦੀ ਵੀ ਨਹੀਂ ਦਿੱਲੀ ਪੁਲਿਸ ਵੱਲੋਂ, ਨਾ ਪਿਛਲੀ ਐਜੀਟੇਸ਼ਨ ਦੇ ਵਿੱਚ ਉੱਥੇ ਨਿਭਾਇਆ ਗਿਆ। ਉਹ ਸਿਰਫ ਤੇ ਸਿਰਫ ਆਪਣੇ ਆਕਾ ਦੇ ਇੱਕ ਉਹਦੇ ਮਤਲਬ ਉਹਦੇ ਕਠਪੁਤਲੀ ਵਾਂਗੂ ਕੰਮ ਕਰ ਰਹੀ ਆ। ਉਹਨਾਂ ਦਾ ਆਕਾ ਕੌਣ ਆ? ਭਾਰਤ ਦਾ ਗ੍ਰਹਿ ਮੰਤਰੀ, ਜਿਹੜਾ ਆਪ ਤੜੀ ਪਾ ਰਿਹਾ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ। ਸਿੰਘੂ ਬਾਰਡਰ ਦੇ ਉੱਤੇ ਜੋ ਪਿਛਲੀ ਰਾਤ ਗੁੰਡਾਗਰਦੀ ਹੁੰਦੀ ਹੈ, ਉਸ ਦੇ ਮੁਤਲਕ ਆਪਾਂ ਗੱਲਬਾਤ ਕਰਨੀ ਹੈ, ਕਿਉਂਕਿ ਪੁਲਿਸ ਦਾ ਵਿੱਚ ਮਸਲਾ ਹੈ ਤੇ ਪੁਲਿਸ ਦੇ ਜਾਣੂ ਕੋਲੋਂ ਹੀ ਆਪਾਂ ਇਸ ਗੱਲਬਾਤ ਬਾਰੇ ਜਾਣਕਾਰੀ ਲੈਣੀ ਹੈ। ਅੱਜ ਆਪਾਂ ਗੱਲਬਾਤ ਕਰਦੇ ਹਾਂ ਇਸ ਸਾਰੇ ਮਸਲੇ ਦੀ ਬਾਬਤ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈ। ਆਪਾਂ ਗੱਲਬਾਤ ਕਰਦੇ ਹਾਂ ਜੀ ਸਰਦਾਰ ਪਰਮ ਸੁਨੀਲ ਸਿੰਘ ਜੀ ਰੰਧਾਵਾ, ਜੋ ਕਿ ਇੰਸਪੈਕਟਰ ਆਫ ਪੰਜਾਬ ਪੁਲਿਸ ਦੇ ਨਾਲ ਸੰਬੰਧਿਤ ਨੇ। ਹਾਂਜੀ ਰੰਧਾਵਾ ਸਾਹਿਬ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਮੇਰੇ ਵੱਲੋਂ ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਸਮਾਂ ਦੇ ਰਹੇ ਹੋ ਤੇ ਅਸੀਂ ਗੱਲਬਾਤ ਸ਼ੁਰੂ ਕਰੀਏ ਜੀ। ਹਾਂਜੀ, ਜੋ ਬੀਤੀ ਰਾਤ ਸਿੰਘੂ ਬਾਰਡਰ ਦੇ ਉੱਤੇ ਘਟਨਾ ਹੁੰਦੀ ਹੈ, RSS ਦੇ ਕਾਰਕੁਨਾਂ ਵੱਲੋਂ ਇੱਕ ਪੱਥਰਬਾਜ਼ੀ ਹੁੰਦੀ ਹੈ, ਅਟੈਕ ਕੀਤਾ ਜਾਂਦਾ ਹੈ ਬੈਠੇ ਕਿਸਾਨਾਂ ਦੇ ਉੱਤੇ। ਇਹ ਸਾਰੀ ਦੁਨੀਆ ਦੇਖਦੀ ਹੈ ਤੇ ਨਾਲ ਪਰ ਜਿਹੜੀ ਉੱਥੇ ਇੱਕ ਖਾਸ ਗੱਲ ਵੱਡੇ ਦੁੱਖ ਵਾਲੀ ਲੋਕੀ ਮਨਾ ਰਹੇ ਆ ਵੀ ਪੁਲਿਸ ਦੀ ਭੂਮਿਕਾ ਬੜੀ ਮਾੜੀ ਸੀ। ਉਹ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਤੁਸੀਂ ਪੁਲਿਸ ਦੇ ਸਾਰੇ ਕਾਇਦੇ ਕਾਨੂੰਨ ਜਾਣਦੇ ਹੋ? ਦੇਖੋ ਜੀ, ਇਹਦੇ 'ਚ ਪੁਲਿਸ ਦੀ ਭੂਮਿਕਾ ਜਿਹੜੀ ਆ, ਜੇ ਮੈਂ ਇਹਨੂੰ ਕਹਾਂ ਵੀ ਉਹ ਬਿਲਕੁਲ ਨਖਿੱਧ ਤੇ ਸਾਰੇ ਡਿਪਾਰਟਮੈਂਟ ਦੀ ਨਹੀਂ ਕਹੂੰਗਾ, ਜਿਹੜੇ ਉਸ ਵੇਲੇ ਇਸ ਵੇਲੇ ਪੁਲਿਸ ਨੂੰ ਕਮਾਂਡ ਕਰ ਰਹੇ ਆ ਨਾ ਜੀ। ਇਹ ਸਾਰਾ ਜਿਹੜਾ ਪੁਲਿਸ ਡਿਪਾਰਟਮੈਂਟ ਇੱਕ ਕਮਾਂਡ ਤੇ ਕੰਮ ਕਰਦਾ। ਜਿਹੜੇ ਪੁਲਿਸ ਕਮਿਸ਼ਨਰ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਜੋ ਦਿੱਲੀ 'ਚ ਉਹਨਾਂ ਦੀ ਦੇਖ ਰੇਖ ਥੱਲੇ ਹੋ ਰਿਹਾ।
ਮੇਰਾ ਖਿਆਲ ਹੈ ਕਿ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਆ ਨਾ ਵੀ ਇੱਕ 5ਵੀਂ ਪਾਸ ਬੱਚੇ ਨੂੰ ਕੋਈ ਪੇਪਰ ਪਾਈਏ ਤੇ 5ਵੀਂ ਪਾਸ ਬੱਚੇ ਦੇ ਲੈਵਲ ਦਾ ਪੇਪਰ ਹੋਵੇ ਤੇ ਜਿਹੜਾ ਇੱਕ ਗ੍ਰੈਜੂਏਟ ਲੈਵਲ ਦਾ ਬੰਦਾ ਉਹਦਾ ਸਵਾਲ ਦਾ ਆਨਸਰ ਨਾ ਦੇ ਸਕੇ, ਉਹ ਇਹੋ ਜਿਹਾ ਵਿਹਾਰ ਕਰ ਰਹੇ ਨੇ। ਜਦੋਂ ਉਹਨਾਂ ਨੂੰ 65 ਦਿਨ ਤੋਂ ਉੱਥੇ ਇੱਕ ਅੰਦੋਲਨ ਚੱਲ ਰਿਹਾ ਆ, ਉਹਨਾਂ ਨੂੰ ਹਰ ਚੀਜ਼ ਦਾ ਪਤਾ, ਜਿਹੜਾ ਉਹਨਾਂ ਦੇ ਉਹੋ ਜਿਹੇ ਨਖਿੱਧ ਉਹਨਾਂ ਦੇ SHOs ਹੋਣਗੇ ਜਿਹੜੇ ਮੌਬ ਦਾ ਕੋਈ ਉਹਦੇ ਚੋਂ ਉਹ ਇੰਟੈਲੀਜੈਂਸ ਨਹੀਂ ਕੱਢ ਕੇ ਲਿਆ ਸਕੇ ਵੀ ਕੀ ਹੋਣਾ ਹੈ ਕੀ ਨਹੀਂ ਹੋਣਾ, ਇਹ ਸਭ ਝੂਠ ਹੈ। ਉਹਨਾਂ ਨੂੰ ਸਭ ਪਤਾ ਸੀਗਾ, ਸਾਰਾ ਕੁਝ ਉਹਨਾਂ ਦੇ ਮਰਜ਼ੀ ਅਨੁਸਾਰ ਹੋ ਰਿਹਾ। ਜੋ ਵੀ ਉੱਥੇ ਜੇ ਅੱਜ ਕੁਝ ਹੋ ਰਿਹਾ, ਜਿਵੇਂ ਤੁਸੀਂ ਕੱਲ ਦੀ ਗੱਲ ਕਰ ਰਹੇ ਹੋ, ਮੈਂ ਸਾਰੀਆਂ ਵੀਡੀਓਜ਼ ਦੇਖ ਰਿਹਾ, ਬਹੁਤ ਹੀ ਦਿਲ ਨੂੰ ਠੇਸ ਪਹੁੰਚਾਉਣ ਵਾਲੀਆਂ ਵੀਡੀਓਜ਼ ਨੇ ਉਹ, ਜਿਹੜੀਆਂ ਤੁਸੀਂ ਅੱਜ ਦੀ ਡੇਟ 'ਚ ਆਪਾਂ ਗੱਲ ਕਰਦੇ ਹਾਂ। ਨੋ ਡਾਊਟ ਤਿਰੰਗਾ ਸਾਡਾ ਸਾਰਿਆਂ ਦਾ ਸਨਮਾਨ, ਅਸੀਂ ਸਾਰੇ ਹੀ ਉਹਦਾ ਸਨਮਾਨ ਕਰਦੇ ਹਾਂ, ਪਰ ਕੀ ਸਾਨੂੰ ਸਾਡੇ ਪਿਤਾ ਨੇ, ਸਾਡੇ ਦਸ਼ਮੇਸ਼ ਪਿਤਾ ਨੇ ਇੱਕ ਦਸਤਾਰ ਬਖਸ਼ੀ ਆ। ਅੱਜ ਉਹਨਾਂ ਦੀ ਨੱਕ ਹੇਠ ਉਸ ਦਸਤਾਰ ਦੀ ਬੇਅਦਬੀ ਹੋ ਰਹੀ ਆ ਰੋਜ਼ ਦਿਹਾੜੀ। ਉਹ ਕੋਈ ਮਸਲਾ ਨਹੀਂਗਾ। ਅੱਜ ਉਹਨਾਂ ਦਾ ਜੋ ਜਿਸ ਤਰੀਕੇ ਨਾਲ ਉੱਥੇ ਗੁੰਡਾਗਰਦੀ ਦਾ ਨੰਗਾ ਨਾਚ ਪੁਲਿਸ ਦੇ ਸਾਹਮਣੇ ਖੜੇ ਕਰਕੇ ਕੀਤਾ ਜਾ ਰਿਹਾ, ਉਹ ਸਿੱਧਾ ਦਾ ਸਿੱਧਾ ਮੈਂ ਸਮਝਦਾ, ਜੋ ਮੇਰੀ ਸੋਚ ਆ, ਉਹ ਦਿੱਲੀ ਪੁਲਿਸ ਕਮਿਸ਼ਨਰ ਅਲੋਕ ਵਰਮਾ ਦੀ ਵਰਦੀ ਉੱਤੇ ਬੜਾ ਵੱਡਾ ਧੱਬਾ ਆ। ਜੇ ਉਹਨਾਂ ਨੂੰ ਥੋੜੀ ਬਹੁਤ ਵੀ ਸ਼ਰਮ ਆ, ਥੋੜੀ ਬਹੁਤ ਵੀ ਉਹ ਸ਼ਰਮ ਰੱਖਦੇ ਆ, ਕੋਈ ਥੋੜੀ ਬਹੁਤ ਵੀ ਪੁਲਿਸ ਅਫਸਰ ਵਾਲੀ ਗਟਸ ਰੱਖਦੇ ਆ, ਜਾਂ ਤਾਂ ਉਹ ਰਿਜ਼ਾਈਨ ਦੇ ਕੇ ਪਾਸੇ ਹੋ ਜਾਣ ਤੇ ਜਾਂ ਆਪਣੀ ਪੁਲਿਸ ਨੂੰ ਕਮਾਂਡ ਕਰਨ ਵੀ ਉਹ ਇਹ ਕੁਝ ਨਾ ਹੋਣ ਦੇਵੇ। ਉਹਨਾਂ ਦੀ ਨੱਕ ਦੀ, ਇਹ ਅੱਜ ਪਹਿਲਾ ਦਿਨ ਨਹੀਂ ਹੈ, ਪਹਿਲੀ ਵਾਰ ਨਹੀਂ ਹੋਇਆ। ਦਿੱਲੀ ਪੁਲਿਸ ਦੀ ਨੱਕ ਦੇ ਥੱਲੇ ਜਦੋਂ ਪਹਿਲਾਂ ਇੱਕ ਐਜੀਟੇਸ਼ਨ ਚੱਲੀ ਆ, ਜਿਹੜੀ ਸਿਟੀਜ਼ਨ ਐਕਟ ਦੇ ਖਿਲਾਫ ਚੱਲੀ ਸੀ ਜੀ, ਕੀ ਮਤਲਬ ਹੈ ਇਸ ਚੀਜ਼ ਦਾ? ਮਤਲਬ ਤੁਸੀਂ ਜੇ ਤੁਹਾਨੂੰ ਲੱਗਦਾ ਆ ਮੌਬ ਜਿਹੜੀ ਆ ਉਹ ਅਨਲਾਫੁਲ ਹੈ, ਉਹ ਗੈਰ ਕਾਨੂੰਨੀ ਆ, ਤਾਂ ਲਾਠੀ ਚਾਰਜ ਕਰਨਾ ਤੁਸੀਂ ਕਰੋ, ਲਾਫੁਲੀ ਕਰੋ ਜੋ ਕਰਨਾ। ਗੁੰਡਿਆਂ ਨੂੰ ਲਿਆ ਕੇ ਤੁਸੀਂ ਖੜੇ ਕਰਕੇ ਤੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ, ਤੁਹਾਡੇ SHO ਨੂੰ ਇਹ ਨਹੀਂ ਪਤਾ ਵੀ ਇਹ ਲੋਕਲ ਨੇ ਕਿ ਜਾਂ ਇਹ ਜੋ ਮਰਜ਼ੀ ਤੁਹਾਡੇ ਕਿਹਾ। ਮਤਲਬ ਤੁਸੀਂ ਜਿਹੜੇ ਅਲੋਕ ਵਰਮਾ ਜੀ ਜਿਹੜੇ ਦਿੱਲੀ ਪੁਲਿਸ ਕਮਿਸ਼ਨਰ ਨੇ, ਉਹ ਇੱਕ ਕੌਨਸਟੀਟਿਊਸ਼ਨਲ ਪੋਸਟ ਤੇ ਅਪੁਆਇੰਟਡ ਨੇ। ਉਹ ਜਿਹੜਾ ਇੰਡੀਅਨ ਕੌਨਸਟੀਟਿਊਟ ਹੈ ਉਹਨੂੰ ਜਵਾਬ ਦੇ ਨੇ, ਨਾ ਕਿ ਉਹ ਆਪਣੇ ਆਕਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬ ਦੇ ਨੇ। ਅੱਜ ਲੱਗ ਰਿਹਾ ਵੀ ਜਿਵੇਂ ਉਹ BJP ਦੇ ਇੱਕ ਵਰਕਰ ਦੇ ਤੌਰ ਤੇ ਉੱਥੇ ਕੰਮ ਕਰ ਰਿਹਾ। ਆਰਗੇਨਾਈਜੇਸ਼ਨ ਕੋਈ ਮਾੜੀ ਨਹੀਂ ਹੁੰਦੀ। ਅੱਜ ਉਹਦੀ ਕਮਾਂਡ, ਮੈਂ ਕਹਿੰਦਾ ਉਸ ਦਿੱਲੀ ਪੁਲਿਸ ਦੇ ਵਿੱਚ ਵੀ ਪੰਜਾਬ ਤੇ ਹਰਿਆਣਾ ਦੇ ਜਵਾਨ ਜਿਹੜੇ ਆ ਉਹ ਜ਼ਿਆਦਾ ਗਿਣਤੀ ਦੇ ਵਿੱਚ ਨੇ। ਉੱਥੇ ਵੀ ਅੱਜ ਇਹੋ ਜਿਹੇ ਜ਼ਰੂਰਤ ਵਾਲੇ ਪੁਲਿਸ ਅਫਸਰ ਮੌਜੂਦ ਹੋਣਗੇ ਜਿਹੜੇ ਗ੍ਰਹਿ ਮੰਤਰੀ ਦੀਆਂ ਬਾਹਾਂ ਬੰਨਣ ਤੱਕ ਦੇ ਲਈ ਰੈਡੀ ਹੋਣਗੇ ਜੇ ਉਹ ਕੁਛ ਅਨਲਾਫੁਲ ਕਰ ਰਿਹਾ। ਇੱਕ ਤੜੀ ਪਾਰ ਗ੍ਰਹਿ ਮੰਤਰੀ ਉਹਨਾਂ ਨੂੰ ਡਾਇਰੈਕਟ ਕਰ ਰਿਹਾ ਤੇ ਉਹ ਉਸੇ ਤਰ੍ਹਾਂ ਹੀ ਐਕਟ ਕਰੀ ਜਾ ਰਹੇ ਨੇ ਅੱਗੇ। ਤੇ ਉਹ ਇਹ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਬੜੇ ਆਰਾਮ ਨਾਲ ਕਦੀ ਇਹਦੇ ਤੇ ਦੋਸ਼ ਲਾ ਦਿੰਦੇ ਨੇ, ਕੋਈ ਉਹਦੇ ਤੇ ਦੋਸ਼ ਲਾ ਦਿੰਦੇ ਨੇ। ਤਾਂ ਤੁਸੀਂ ਕੀ ਕਰ ਰਹੇ ਸੀਗੇ ਜੀ? 65 ਦਿਨ ਤੋਂ ਇੱਕ ਐਜੀਟੇਸ਼ਨ ਚੱਲ ਰਹੀ ਹੈ। ਤੁਹਾਡੀ ਇੰਟੈਲੀਜੈਂਸ ਕੀ ਸੀ ਉਹਦੇ ਬਾਰੇ? ਤੁਹਾਨੂੰ ਕਿਉਂ ਨਹੀਂ ਤੁਹਾਡੇ SHO ਪੋਟਿਆਂ ਦੇ ਬੰਦੇ ਗਿਣ ਦਿੰਦਾ ਜੇ SHO ਜੇ ਨਖਿੱਧ ਨਾ ਹੋਵੇ ਤਾਂ? ਇਹ ਤਾਂ ਪੁਲਿਸ ਕਮਿਸ਼ਨਰ ਹੋ ਤੁਸੀਂ ਕਮਾਂਡ ਕਿਹਨੂੰ ਕਰ ਰਹੇ ਹੋ? ਕਿਹੜੀ ਤੁਹਾਡੀ ਨੱਕ ਥੱਲੇ ਲੋਕਾਂ ਦੇ ਨਾਲ ਜ਼ੁਲਮ ਹੋ ਰਿਹਾ, ਕਿਸਾਨਾਂ ਨੂੰ ਉੱਥੇ ਕੁੱਟਿਆ ਜਾ ਰਿਹਾ। ਫਿਰ ਜੇ ਰਿਐਕਟ ਕਰੂਗਾ ਕੋਈ ਤੇ ਫਿਰ ਤੁਸੀਂ ਕਹਿੰਦੇ ਹੋ ਜੀ ਹਾਂ ਮਤਲਬ ਤਲਵਾਰਾਂ ਕੱਢਦਾ ਹੈ ਜੀ, ਉਹ ਫਲਾਣ ਕਰਦਾ ਹੈ ਜੀ। ਉਹਦੇ ਘਰ ਜਾ ਕੇ ਤੁਸੀਂ ਉਹਦੇ ਗਲ ਪੈ ਰਹੇ। ਸਭ ਇਹ ਡਰਾਮੇਬਾਜ਼ੀ ਆ। ਇਕੱਠਾ ਸਾਰਾ ਕੁਝ ਸਟਾਰਟ ਹੁੰਦਾ ਹੈ ਜੀ ਜਿੰਨਾ ਬਾਰਡਰ ਤੇ। ਪਹਿਲਾਂ ਗਾਜ਼ੀਆਬਾਦ ਇਹੀ ਕੁਝ ਹੁੰਦਾ ਜੀ, ਫਿਰ ਉਸ ਤੋਂ ਬਾਅਦ ਕਿਹੜਾ ਦੂਸਰਾ ਟਿਰਕੀ ਬਾਰਡਰ ਹੈ ਜੀ, ਉਸ ਤੋਂ ਬਾਅਦ ਸਿੰਘੂ ਬਾਰਡਰ। ਹਾਂਜੀ, ਉਹ ਸਾਰਿਆਂ ਦੇ ਸੇਮ ਚੀਜ਼ ਇੱਕ ਸਟਾਰਟ ਹੁੰਦੀ ਆ। ਉੱਥੇ ਜ਼ੋਰ ਪੈ ਗਿਆ ਕਿਸਾਨਾਂ ਦਾ, ਗਾਜ਼ੀਆਬਾਦ, ਉੱਥੋਂ ਹਟ ਗਿਆ ਕੰਮ ਜੀ। ਹਾਂਜੀ, ਉੱਥੇ ਲੱਗ ਗਿਆ। ਕੁਝ ਲੋਕੀ ਇਹ ਕਹਿੰਦੇ ਆ ਵੀ ਜਿਹੜਾ ਇਹ ਤਾਂ ਪ੍ਰੈਕਟੀਕਲ ਇੱਕ ਕਰਕੇ ਦੇਖਿਆ ਗਿਆ ਸੀਗਾ ਜਿਹੜਾ ਆਪਣਾ ਗਾਜ਼ੀਆਬਾਦ ਵਿਖੇ, ਕਿਉਂਕਿ ਉਹ ਥੋੜਾ ਛੋਟਾ ਸੀਗਾ ਗਰੁੱਪ ਵੀ ਇੱਕ ਵੱਡਾ ਮੁੱਖ ਮੰਤਰੀ ਹੈ, ਉਸ ਰਾਹੀਂ ਤਜਰਬਾ ਕਰਕੇ ਦੇਖਿਆ ਗਿਆ ਸੀ ਵੀ ਦੇਖਦੇ ਆ ਸਫਲ ਹੁੰਦਾ। ਤੇ ਉਸ ਤੋਂ ਅਗਲਾ ਸਟੈਪ ਸੀਗਾ ਸਿੰਘੂ ਬਾਰਡਰ, ਤੇ ਸਿੰਘੂ ਬਾਰਡਰ ਤੇ ਅਟੈਕ ਕੀਤਾ ਜਾਂਦਾ। ਸਾਡਾ ਸਵਾਲ ਇਹ ਹੈ ਵੀ ਤੁਸੀਂ ਜਿਵੇਂ ਲੋਕੀ ਆਮ ਕਰਕੇ ਕਹਿ ਰਹੇ ਆ ਵੀ ਜਿਹੜੀ ਪੁਲਿਸ ਹੈ ਕਾਨੂੰਨ ਦੀ ਰੱਖਿਆ ਕਰਨ ਵਾਸਤੇ ਹੈ, ਤੇ ਪਰ ਹੁਣ ਇਹ ਪੁਲਿਸ ਜਿਹੜੀ ਹੈਗੀ ਆ, ਸਾਡੇ ਜਿਹੜੇ ਰਾਜਨੀਤਿਕ ਲੀਡਰ ਹੈ, ਇਹਨਾਂ ਦੀ ਰਖੇਲ ਕਿਵੇਂ ਬਣ ਗਈ? ਇਹ ਅੱਜ ਨਹੀਂ ਬਣੀ ਜੀ, ਇਹ ਅੱਜ ਨਹੀਂ ਬਣੀ। ਇਹ ਦੇਖੋ ਜੀ, ਤੁਸੀਂ, ਮੈਂ ਨਹੀਂ ਕਹਿੰਦਾ ਕਿਸੇ, ਮੈਂ ਅੱਗੇ ਫਿਰ ਕਹਿੰਦਾ ਵੀ ਆਰਗੇਨਾਈਜੇਸ਼ਨ ਕੋਈ ਨਹੀਂ ਮਾੜੀ ਹੁੰਦੀ, ਕਮਾਂਡ ਮਾੜੀ ਹੁੰਦੀ ਉਹਦੀ ਨਾ। ਜਦੋਂ ਕਮਾਂਡ ਮਾੜੀ 1984 ਤੋਂ ਲੈ ਕੇ ਇਹ ਰਖੇਲ ਬਣੀ ਹੋਈ ਆ ਦਿੱਲੀ ਪੁਲਿਸ ਦੇ ਨੱਕ ਦੇ ਥੱਲੇ। ਜਦੋਂ ਤੁਸੀਂ ਪੁਲਿਸ ਅਫਸਰ ਸੀ, ਤੁਸੀਂ ਇੰਸਪੈਕਟਰ ਹੈਗੇ ਹੋ, ਤੇ ਤੁਹਾਡੇ ਉੱਤੇ ਵੀ ਪ੍ਰੈਸ਼ਰ ਬਣਦੇ ਇਸ ਤਰ੍ਹਾਂ ਦੇ? ਦੇਖੋ ਜੀ, ਬਿਲਕੁਲ ਬਣਦੇ ਆ ਜੀ।
ਇਹਦੇ ਵਿੱਚ ਮੈਂ ਜੇ ਕਹੂੰਗਾ ਨਹੀਂ ਬਣਦੇ, ਝੂਠ ਆ। ਪਰ ਇਹ ਤੁਹਾਡੀ ਜ਼ਮੀਰ ਆ, ਕੌਨਸ਼ੀਅਸ ਆ ਵੀ ਕਿੰਨਾ ਤੁਸੀਂ ਕਿਸੇ ਦਾ ਕਹਿ ਸਕਦੇ ਹੋ ਵੀ ਹਾਂ ਭਾਈ ਇਹ ਮੈਂ ਤੇਰੇ ਕਿਹਾ। ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਕਮਿਸ਼ਨਰ ਸਾਹਿਬ ਨੂੰ ਕਹਿਣਾ, ਜਵਾਬ ਦੇਣਾ ਵੀ ਨਹੀਂ ਬਾਈ ਇਹ ਐਕਸੈਸ ਹੈ। ਇਹ ਏਦਾਂ ਲੋਕ ਤੁਹਾਡੀ ਜਨਤਾ ਹੈ, ਤੁਹਾਡੇ ਸਿਟੀਜ਼ਨ ਨੇ, ਤੁਹਾਡੇ ਉਹ ਨਾਗਰਿਕ ਨੇ ਜਿਨ੍ਹਾਂ ਨੂੰ ਤੁਸੀਂ ਥੱਲੇ ਪਾ ਕੇ ਕੁੱਟ ਰਹੇ ਹੋ, ਉਹਨਾਂ ਦੀਆਂ ਪੱਗਾਂ ਲਾ ਰਹੇ ਹੋ। ਅੱਜ ਤਿਰੰਗੇ ਦਾ ਕੋਈ ਅਪਮਾਨ ਕਿਸੇ ਨੇ ਨਹੀਂ ਕੀਤਾ ਜੀ। ਤਿਰੰਗੇ ਦਾ ਨਾ ਕੋਈ ਅਪਮਾਨ ਨਾ ਪੰਜਾਬੀ ਕੋਈ ਕਰ ਸਕਦਾ, ਨਾ ਪੰਜਾਬੀ ਨੇ ਕਿਸੇ ਨੇ ਤਿਰੰਗੇ ਦਾ ਅਪਮਾਨ ਕੀਤਾ ਜੀ। ਕੋਈ ਤਿਰੰਗੇ ਨੂੰ ਕਿਸੇ ਨੇ ਨਹੀਂ ਹੱਥ ਲਾਇਆ। ਤਿਰੰਗੇ ਦਾ ਅਪਮਾਨ ਨਹੀਂ ਸਹੇਗਾ। ਹਿੰਦੁਸਤਾਨ ਬੈਨਰ ਚੱਕ ਕੇ ਉੱਥੇ ਲੈ ਆਏ ਤੁਸੀਂ। ਉਹ ਲੀਡਰ ਜਿਹੜੇ ਉੱਥੇ ਬੈਠੇ ਨੇ, ਤੁਸੀਂ 65 ਦਿਨ ਤੋਂ ਉਹਨਾਂ ਦੀ ਰੈਕੀ ਕਰ ਰਹੇ ਹੋ। ਜੇ 65 ਜਾਂ 70 ਦਿਨ ਜਾਂ 60 ਦਿਨ ਜਿੰਨੇ ਵੀ ਦਿਨ ਤੋਂ ਉੱਥੇ ਬੈਠੇ ਹੋਏ ਨੇ, ਤੁਹਾਡੀ ਸਿੱਧੀਆਂ ਨਿਗਾਹਾਂ ਥੱਲੇ ਨੇ, ਤੁਹਾਡੇ ਕੋਲ ਸੋਰਸ ਨੇ, ਤੁਹਾਡੀਆਂ ਸੋਰਸ ਰਿਪੋਰਟਾਂ ਕੀ ਕਹਿ ਰਹੀਆਂ ਨੇ। ਤੁਹਾਨੂੰ ਕੱਲੇ ਬੰਦੇ ਦੀ ਗੱਲ ਦਾ ਪਤਾ ਹੁੰਦਾ ਜੀ। ਐਵੇਂ ਬਕਵਾਸ ਕਰ ਰਹੇ ਆ ਇਹ ਕਮਿਸ਼ਨਰ ਸਾਹਿਬ। ਜੇ ਇਹ ਗੱਲ ਕਹਿ ਰਹੇ ਆ ਵੀ ਹਾਂ ਮਤਲਬ ਜਾਂ ਫਲਾਣੇ ਨੇ ਕਰਤਾ ਜੀ, ਉਹ ਧਮਕਾਣੇ ਨੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਜੀ, ਇਹਨਾਂ ਨੇ ਐਂ ਭੜਕਾਤਾ ਜੀ, ਉਹ ਭੜਕਾਤਾ ਜੀ, ਇਹਨਾਂ ਨੂੰ ਸਭ ਪਤਾ ਸੀਗਾ ਜੀ। ਜੇ ਇਹਨਾਂ ਨੂੰ ਨਹੀਂ, ਇਹ ਕਹਿੰਦੇ ਆ ਵੀ ਜੇ ਸਾਨੂੰ ਨਹੀਂ ਪਤਾ ਸੀ ਫਿਰ ਇਹਨਾਂ ਲਈ ਬੇਸ਼ਰਮੀ, ਇਹਨਾਂ ਨੂੰ ਇਹ ਪੋਸਟ ਤੇ ਹੋਣਾ ਨਹੀਂ ਚਾਹੀਦਾ। ਐਡੀ ਤਗੜੀ ਆਰਗੇਨਾਈਜੇਸ਼ਨ ਦੇ ਮੁਖੀ ਨੂੰ ਕੋਲ ਕੋਈ ਸੋਰਸ ਰਿਪੋਰਟ ਨਹੀਂ ਆ। ਉਹਦੇ ਕੋਲ ਕੋਈ ਪਤਾ ਨਹੀਂ ਵੀ ਉੱਥੇ ਜਿਹੜੇ ਉਹ 200 ਬੰਦਾ ਚਲਾ ਗਿਆ ਕੱਲ ਜਾ ਕੇ ਪੰਗਾ ਖੜਾ ਕਰ ਰਿਹਾ ਵੀ ਉਹ 200 ਬੰਦਾ ਕੌਣ। ਇੱਕ ਨਖੇਦ ਤੋਂ ਨਖੇਦ SHO ਨੂੰ ਪਤਾ ਹੁੰਦਾ ਵੀ ਮੇਰੇ ਇਲਾਕੇ ਦੇ ਵਿੱਚ ਕੌਣ ਹੈਗਾ ਆ। ਔਰ ਮੈਂ ਜਦੋਂ ਮੈਂ ਇੱਕ ਪੁਲਿਸ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ, ਸਾਰੀ ਫੈਮਿਲੀ ਮੇਰੀ ਪੁਲਿਸ ਦੇ ਵਿੱਚ ਆ। ਜਦੋਂ ਇੱਕ ਬੰਦਾ ਜਿਹੜਾ ਹੈਗਾ ਪੁਲਿਸ ਡਿਪਾਰਟਮੈਂਟ ਜੁਆਇਨ ਕਰਦਾ ਨਾ, ਅਸੀਂ ਕੁਛ ਗੱਲਾਂ ਨੂੰ, ਕੁਛ ਤੁਹਾਡਾ ਪਰਿਵਾਰ ਜੇ ਤੁਹਾਡੇ ਪੁਲਿਸ ਦੇ ਵਿੱਚ ਆ ਉਹ ਦੱਸਦੇ ਆ, ਕੁਛ ਅਸੀਂ ਸੰਵਿਧਾਨ ਦੀ ਸਹੁੰ ਖਾਂਦੇ ਆ। ਜਦੋਂ ਮੈਂ ਪੁਲਿਸ ਡਿਪਾਰਟਮੈਂਟ ਜੁਆਇਨ ਕੀਤਾ ਸੀਗਾ ਤੇ ਮੈਨੂੰ ਮੇਰੇ ਉਦੋਂ ਭਾਜੀ ਸੀਗੇ, ਜੀਜਾ ਜੀ ਜਿਹੜਾ ਪ੍ਰਮਾਤਮਾ ਦੇ ਚਰਨਾਂ ਚੋਂ ਚਲੇ ਗਏ ਸੀਗੇ ਬਾਅਦ ਦੇ ਵਿੱਚ, ਮੈਨੂੰ ਇੱਕ ਗੱਲ ਕਹੀ ਸੀ ਵੀ ਵਰਦੀ ਜਿਹੜੀ ਆ ਨਾ, ਜਦੋਂ ਵਰਦੀ ਪਾ ਲਈ ਆ, ਆਰਗੇਨਾਈਜ਼ ਕ੍ਰਾਈਮ ਨਹੀਂ ਹੋਣਾ ਚਾਹੀਦਾ। ਆਰਗੇਨਾਈਜ਼ ਕ੍ਰਾਈਮ ਕੀ ਆ? ਜਿਹੜਾ ਪੁਲਿਸ ਅਫਸਰ ਨੂੰ ਪਤਾ ਆ ਵੀ ਇਹ ਹੋਣਾ ਆ, ਇਦਾਂ ਹੋ ਰਿਹਾ ਆ ਇੱਥੇ ਜਾਂ ਇੱਥੇ ਹੋ ਰਿਹਾ, ਉਹਦੀ ਨੱਕ ਥੱਲੇ ਜਿਹਨੂੰ ਕਹਿ ਦਿੰਦੇ ਆ। ਫਿਰ ਜਿਹੜਾ ਕੱਲ ਸੀ ਉਹ ਆਰਗੇਨਾਈਜ਼ ਕ੍ਰਾਈਮ ਸੀ। ਬਿਲਕੁਲ ਆਰਗੇਨਾਈਜ਼ ਸੀਗਾ ਜੀ, ਸਾਰਾ ਕੁਝ ਆਰਗੇਨਾਈਜ਼ਡ ਸੀਗਾ। ਉਹਦਾ ਆਰਗੇਨਾਈਜ਼ਰ ਕੌਣ ਸੀ ਜੀ? ਉਹਦਾ ਆਰਗੇਨਾਈਜ਼ਰ ਡਾਇਰੈਕਸ਼ਨ ਸੀਗੀ ਜੀ ਉਹਦੇ ਬੌਸ ਵੱਲੋਂ ਜੀ, ਕਰਾਇਆ ਸਾਰਾ ਕਮਿਸ਼ਨਰ ਨੇ। ਜੋ ਕਰਾ ਰਿਹਾ ਕਮਿਸ਼ਨਰ ਕਰਾ ਰਿਹਾ। ਕਮਿਸ਼ਨਰ ਨੂੰ ਸਭ ਪਤਾ ਆ ਵੀ ਕੀ ਹੋਣਾ। ਸਾਰੀ ਪੁਲਿਸ ਨੂੰ ਇੱਕ ਵਾਰੀ ਡਾਇਰੈਕਸ਼ਨ ਤਾਂ ਦਿਓ। ਮਾਰ ਜੁੱਤੀਆਂ ਨਾ ਵਜਾ ਦੂਗੀ ਤਾਂ ਇਹ ਕਿੱਦਾਂ ਹੋ ਸਕਦਾ ਵੀ ਇੰਨੀ ਪੁਲਿਸ ਖੜੀ ਹੋਵੇ ਤੇ ਲੋਕੀ 200 ਬੰਦਾ ਆਣ ਕੇ ਤੇ ਉੱਥੇ ਗੁੰਡਾਗਰਦੀ ਦਾ ਨਾਚ ਕਰਨ? ਕਿਉਂ? ਇੱਕ ਤਾਂ ਵੀਡੀਓ ਸ਼ਾਇਦ ਦੇਖੀ ਹੋਵੇ, ਇੱਕ ਸਿੱਖ ਨੂੰ 4-5 ਪੁਲਿਸ ਵਾਲੇ ਨਾ ਘੜੀਸ ਕੇ ਲੈ ਕੇ ਜਾਂਦੇ ਪਏ ਆ। ਕੀ ਕਾਨੂੰਨ ਇਹਨਾਂ ਗੱਲਾਂ ਦੀ ਇਜਾਜ਼ਤ ਦਿੰਦਾ ਜੀ? ਬਿਲਕੁਲ ਨਹੀਂ ਦਿੰਦਾ ਜੀ। ਗੱਲ ਇਹ ਹੈ ਵੀ ਚਲ ਜਦੋਂ ਮੌਬ ਦਾ ਇਦਾਂ ਦਾ ਕੁਛ ਹੁੰਦਾ ਹੈ ਨਾ, ਨੋ ਡਾਊਟ ਕੁਛ ਨਾ ਕੁਛ ਵਾਧਾ ਘਾਟਾ ਹੋ ਜਾਂਦਾ, ਪਰ ਫਿਰ ਵੀ ਸਾਨੂੰ ਜਿਹੜਾ ਹੈਗਾ ਜੋ ਸਾਡਾ ਫਰਜ਼ ਆ ਉਹਦਾ ਕਿਤੇ ਨਾ ਕਿਤੇ ਸਾਨੂੰ ਖਿਆਲ ਰੱਖਣਾ ਚਾਹੀਦਾ। ਮੈਂ ਸਭ ਤੋਂ ਪਹਿਲਾਂ ਇੱਕ ਗੱਲ ਕਹੀ ਹੈ ਜੀ, ਤਿਰੰਗੇ ਦਾ ਅਪਮਾਨ ਅਸੀਂ ਨਹੀਂ ਕਰ ਸਕਦੇ ਨਾ। ਉੱਥੇ ਮੈਂ ਗੱਲ ਕੀਤੀ ਸੀ ਇੱਕ ਵੀ ਤਿਰੰਗੇ ਦਾ ਅਪਮਾਨ ਨਹੀਂ ਕੋਈ ਨਹੀਂ ਕਰ ਸਕਦਾ। ਅਸੀਂ ਨਹੀਂ ਕੀਤਾ, ਨਾ ਕਿਸੇ ਨੇ ਉੱਥੇ ਕੀਤਾ ਤਿਰੰਗੇ ਦਾ ਅਪਮਾਨ। ਦਸਤਾਰ ਵੀ ਸਾਡੀ ਇੱਕ ਸਨਮਾਨ ਆ, ਉਹ ਤਿਰੰਗੇ ਤੋਂ ਪਹਿਲਾਂ ਦੀ ਆ, ਸਾਡੇ ਦਸ਼ਮ ਪਾਤਸ਼ਾਹ ਨੇ ਦਿੱਤੀ ਆ ਉਹ ਸਾਨੂੰ, ਔਰ ਉਸ ਦਸਤਾਰ ਕਰਕੇ ਹੀ ਇਹ ਹਿੰਦੁਸਤਾਨ ਆ। ਤਿਰੰਗਾ ਬਾਅਦ ਚ ਆਉਂਦਾ ਹੈ। ਇਹ ਗੱਲ ਸਮਝ ਤੋਂ ਬਾਹਰ ਹੈ ਵੀ 26 ਤਾਰੀਖ ਤੋਂ ਲੈ ਕੇ ਤੁਸੀਂ 26 ਕੀ ਜਦੋਂ ਦਾ ਇਹ ਅੰਦੋਲਨ ਚੱਲਦਾ, ਸਾਰੇ ਅੰਦੋਲਨ ਵਿੱਚ ਤਿਰੰਗਾ ਲਹਿਰਾਇਆ ਜਾ ਰਿਹਾ। ਜਿੰਨੇ ਟਰੈਕਟਰ, ਲੱਖਾਂ ਟਰੈਕਟਰ ਆ ਰਹੇ, ਉਹਨਾਂ ਦੇ ਉੱਤੇ ਤਿਰੰਗਾ ਹੈਗਾ। ਇਹ ਤਿਰੰਗੇ ਦੇ ਅਪਮਾਨ ਦੀ ਗੱਲ 26 ਤਰੀਕ ਤੋਂ ਬਾਅਦ ਹੀ ਕਿਉਂ ਆਉਂਦੀ ਹੈ? ਜਦ ਕਿ ਜਿਹੜੇ ਉੱਥੇ ਪਹਿਲੇ ਤਾਂ ਤੁਸੀਂ ਵੀਡੀਓ ਦੇਖਦੇ ਹੈਗੇ, ਉੱਥੇ ਸਾਰੇ ਜਿਹੜੇ ਨਗਰ ਨਿਵਾਸੀ ਨੇੜੇ ਤੇੜੇ ਦੇ ਲੋਕ ਆ ਕੇ ਤੇ ਉੱਥੇ ਲੰਗਰ ਚਾਗਦੇ ਆ। ਇਹ 4 ਦਿਨ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਕਿਸਾਨਾਂ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਗਿਆ ਵੀ ਇਹਨੂੰ ਡਰਾਇਆ ਜਾਵੇ, ਧਮਕਾਇਆ ਜਾਵੇ ਤੇ ਇੱਥੋਂ ਭਜਾਇਆ ਜਾਵੇ? ਤੁਹਾਡੇ ਪਹਿਲੇ ਸਵਾਲ ਦਾ ਜਵਾਬ ਮਿਲ ਗਿਆ ਜੀ। ਆਰਗੇਨਾਈਜ਼ਡ ਇਹ ਸਭ ਕੁਝ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਹੋ ਰਿਹਾ ਹੈ। ਕੋਈ ਖਾਲਿਸਤਾਨ ਦਾ ਮੁੱਦਾ ਨਹੀਂ ਹੈ ਉੱਥੇ, ਕੋਈ ਤਿਰੰਗੇ ਦੀ ਇਨਸਲਟ ਦਾ ਮੁੱਦਾ ਨਹੀਂ ਹੈ। ਤਿਰੰਗਾ ਸਾਰਿਆਂ ਲਈ ਸਨਮਾਨਜਨਕ ਆ। ਉਹ 4 ਇਹਨਾਂ ਦੇ ਚੈਨਲ ਨੇ ਜਿਹੜੇ ਉਹ ਉੱਥੇ ਬਿਠਾਏ ਆ, ਸਿਰਫ ਉਹ ਪਪਟ ਬਿਠਾਏ ਆਪਣੇ, ਜਿਹੜੇ ਬੋਲੀ ਜਾ ਰਹੇ ਆ ਵੀ ਜੋ ਪਿੱਛੋਂ ਉਹਨਾਂ ਦਾ ਬੌਸ ਕਹਿ ਰਿਹਾ ਉਹ ਬੋਲੀ ਜਾ ਰਹੇ ਆ, ਜਦ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹ ਸਾਰਾ ਕੁਝ ਜਿਹੜਾ ਹੈਗਾ ਆ, ਜਾਂ ਇਹ ਨਾਂ ਦਿੱਤਾ ਜਾ ਰਿਹਾ ਜਾਂ ਕੀ ਕਰਨ ਲਈ, ਇਹ ਸਭ ਹੀ ਸਾਰਾ ਹੀ ਪ੍ਰੀ ਪਲਾਨਡ ਹੈ ਜੀ। ਦੇਖੋ ਫਿਰ ਤੁਸੀਂ ਇਹ ਕਿਵੇਂ ਕਹੋਗੇ ਵੀ ਜਦੋਂ ਮੀਡੀਆ ਤੇ ਜਦੋਂ ਪੁਲਿਸ, ਜਿਹਨੂੰ ਅਸੀਂ ਪ੍ਰਸ਼ਾਸਨ ਕਹਿ ਦੇ ਰਹੀ ਹੈ ਹਨਾ, ਇਹ ਦੋਨੋਂ ਚੀਜ਼ਾਂ ਇਸ ਵੇਲੇ ਕਿਸੇ ਇੱਕ ਧਿਰ, ਬਿਲਕੁਲ ਇੱਕ ਧਿਰ ਪਾਸੇ ਆ ਕੇ ਖੜ ਗਈਆਂ, ਤੇ ਫਿਰ ਤੁਸੀਂ ਮੰਨਦੇ ਹੋ ਵੀ ਇਹ ਕਿਸਾਨ ਭਰਾਵਾਂ ਨੂੰ ਇਨਸਾਫ ਮਿਲੂਗਾ?
ਦੇਖੋ ਜੀ, ਸੰਘਰਸ਼ ਜਿਹੜਾ ਹੈਗਾ, ਸੰਘਰਸ਼ ਜਿਸ ਤਰੀਕੇ ਨਾਲ ਲੀਡਰਸ਼ਿਪ, ਜਿਵੇਂ ਸ਼੍ਰੀ ਟਕੈਤ ਜੀ ਦੇ ਕਰਕੇ ਫਿਰ ਇਹ ਖੜਾ ਹੋਇਆ, ਸਾਰਾ ਹੀ ਪੰਜਾਬੀ ਭਾਈਚਾਰਾ ਮੇਰੇ ਹਿਸਾਬ ਨਾਲ ਅੱਜ ਟਕੈਤ, ਉਹਨਾਂ ਸ਼ਾਇਦ ਯੂਪੀ ਦੇ ਵਿੱਚੋਂ ਉਹਨਾਂ ਦਾ ਜਿਹੜਾ ਉਹ ਹੈਗਾ ਸਲੋਗਨ ਇੱਕ ਕੀਤਾ ਜਾ ਰਿਹਾ, ਵਾਇਰਲ ਕੀਤਾ ਜਾ ਰਿਹਾ ਉਹਦਾ ਟਵਿੱਟਰ ਵਾਲਾ, ਉਹ ਮੇਰੇ ਖਿਆਲ ਉਹਨਾਂ ਉੱਤਰ ਪ੍ਰਦੇਸ਼ ਚੋਂ ਨਹੀਂ ਹੋਇਆ ਹੋਊਗਾ ਜਿੰਨਾ ਪੰਜਾਬ ਚੋਂ ਤੇ ਬਾਹਰ ਬੈਠੇ ਪੰਜਾਬੀ ਭਾਈਚਾਰੇ ਨੇ ਕੀਤਾ, ਕਿਉਂਕਿ ਅਸੀਂ ਉਹਨਾਂ ਦੇ ਫੁੱਲੀ ਧੰਨਵਾਦੀ ਹਾਂ ਉਹਨਾਂ ਦੇ, ਵੀ ਉਹਨਾਂ ਨੇ ਜੋ ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਠੀਕ ਹੈ, ਜੇ ਟਾਰਗੇਟ ਜਿਹੜਾ ਅਰਜਨ ਵਾਲਾ ਹੋਊਗਾ, ਜਿਵੇਂ ਅਰਜਨ ਕਹਿੰਦਾ ਸੀ ਵੀ ਮੈਨੂੰ ਤਾਂ ਸਿਰਫ ਮੱਛੀ ਦੀ ਅੱਖ ਦਿਖਦੀ ਆ, ਮੈਂ ਥੋੜਾ ਜਿਹਾ ਸਾਰਿਆਂ ਨੂੰ ਬੇਨਤੀ ਕਰਨੀ ਚਾਹਾਂਗਾ ਵੀ ਇੱਕ ਚੀਜ਼ ਤੇ ਆਪਣਾ ਟਾਰਗੇਟ ਕਰੋ, ਜ਼ਰੂਰ ਟਾਰਗੇਟ ਜੇ ਤੁਸੀਂ ਜਿਸ ਹਿਸਾਬ ਨਾਲ ਸੰਘਰਸ਼ ਚੱਲ ਰਿਹਾ ਜ਼ਰੂਰ ਅਚੀਵ ਕਰੋਗੇ। ਬਾਕੀ ਜਿਹੜੀ ਗੱਲ ਹੈਗੀ ਆ, ਜਿੱਦਾਂ ਹੁਣ ਕਮਿਸ਼ਨਰ ਪੁਲਿਸ ਜਿਹੜਾ ਉਹ ਜਾਂ ਪੁਲਿਸ ਜਿਹੜੀ ਆ ਉਹ ਆਪਣਾ ਫਰਜ਼ ਨਹੀਂ ਨਿਭਾ ਰਹੀ ਜੀ, ਮੇਰੇ ਹਿਸਾਬ ਨਾਲ ਉਹ ਫਰਜ਼ ਨਹੀਂ ਨਿਭਾ ਰਹੀ, ਜੋ ਫਰਜ਼ ਵਰਦੀ ਦਾ ਆ ਉਹ ਨਹੀਂ ਨਿਭਾਇਆ ਜਾ ਰਿਹਾ, ਉਹ ਕਦੀ ਵੀ ਨਹੀਂ ਦਿੱਲੀ ਪੁਲਿਸ ਵੱਲੋਂ, ਨਾ ਪਿਛਲੀ ਐਜੀਟੇਸ਼ਨ ਦੇ ਵਿੱਚ ਉੱਥੇ ਨਿਭਾਇਆ ਗਿਆ, ਉਹ ਸਿਰਫ ਤੇ ਸਿਰਫ ਆਪਣੇ ਆਕਾ ਦੇ ਇੱਕ ਉਹਦੇ ਮਤਲਬ ਉਹਦੇ ਕਠਪੁਤਲੀ ਵਾਂਗੂ ਕੰਮ ਕਰ ਰਹੀ ਆ। ਉਹਨਾਂ ਦਾ ਆਕਾ ਕੌਣ ਆ? ਭਾਰਤ ਦਾ ਗ੍ਰਹਿ ਮੰਤਰੀ ਜਿਹੜਾ ਆਪ ਤੜੀ ਪਾ ਰਿਹਾ, ਇੱਕ ਆਪ ਕ੍ਰਿਮੀਨਲ ਬੰਦਾ, ਮਤਲਬ ਇੱਕ ਐਡੀ ਵੱਡੀ ਆਰਗੇਨਾਈਜੇਸ਼ਨ ਨੂੰ ਕਮਾਂਡ ਕਰ ਰਿਹਾ, ਤੇ ਤੁਸੀਂ ਆਸ ਕਰਦੇ ਹੋ ਕਿ ਉੱਥੋਂ ਕੋਈ ਕਮਾਂਡ ਸਹੀ ਆਏਗੀ? ਬਿਲਕੁਲ ਨਹੀਂ ਆਏਗੀ। ਸੈਕੰਡ ਗੱਲ, ਮੈਨੂੰ ਜੋ ਲੱਗਦਾ, ਮੈਂ ਮਹਿਸੂਸ ਕਰਦਾ ਜੇ ਕੋਈ ਵੀ ਕਿਸੇ ਕਿਸਾਨਾਂ ਦੀ ਮਦਦ ਕਰਨਾ ਚਾਹੁੰਦਾ, ਜਿਵੇਂ ਸ਼੍ਰੀ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਨੇ, ਉਹ ਕਹਿੰਦੇ ਨੇ ਮੈਂ ਮਤਲਬ ਉਹ ਇੱਕ ਸੰਵਿਧਾਨਕ ਮੁਖੀ ਨੇ ਜੀ ਉਹ ਸਟੇਟ ਦੇ, ਠੀਕ ਆ, ਉਹ ਕਹਿੰਦੇ ਨੇ ਵੀ ਉਹਨਾਂ ਦੇ ਉਹ ਕਹਿਣੇ ਦੇ ਵਿੱਚ ਨਹੀਂ ਹੈਗੇ, ਕਿਉਂਕਿ ਉਹ ਸਿੱਧਾ ਕਮਾਂਡ ਜਿਹੜੀ ਆ ਉਹਨਾਂ ਦੀ ਸੈਂਟਰ, ਬਿਲਕੁਲ ਡਾਇਰੈਕਸ਼ਨ ਨਹੀਂ ਦੇ ਸਕਦੇ ਪੁਲਿਸ ਨੂੰ। ਮੈਂ ਉਹੀ ਦੱਸ ਰਿਹਾ ਨਾ ਤੁਹਾਨੂੰ ਜੀ, ਠੀਕ ਹੈ ਉਹ ਨਹੀਂ ਦੇ ਸਕਦੇ, ਪਰ ਉਹ ਇੱਕ ਸੰਵਿਧਾਨਕ ਸਟੇਟ ਜਿਹੜੀ ਹੈਗੀ ਆ, ਜਿੱਦਾਂ ਵੀ ਆ ਉਹ ਸੰਵਿਧਾਨਕ ਮੁਖੀ ਆ, ਚੁਣੇ ਹੋਏ ਮੁਖੀ ਆ, ਮੰਨ ਲਿਆ ਉਹ ਡਾਇਰੈਕਸ਼ਨ ਨਹੀਂ ਦੇ ਸਕਦੇ ਪਰ ਐਡਵਾਈਸ ਕਰ ਸਕਦੇ ਆ, ਉਹਨਾਂ ਨੂੰ ਸਲਾਹ, ਉਹਨਾਂ ਨੂੰ ਪਤਾ ਆ ਵੀ ਮੇਰੀ ਸਟੇਟ ਦੇ ਵਿੱਚ ਗੜਬੜ ਹੋ ਰਹੀ ਆ, ਆਹ ਗੁੰਡੇ ਜਿਹੜੇ ਜੇ ਉਹ ਕਹਿੰਦੇ ਆ ਵੀ ਹਾਂ ਉਹ ਬੀਜੇਪੀ ਦੇ ਗੁੰਡੇ ਆ, ਉੱਥੇ ਆਣ ਕੇ ਜਾਂ ਉਹ RSS ਦੇ ਗੁੰਡੇ ਆਣ ਕੇ ਉੱਥੇ ਗੜਬੜ ਕਰ ਰਹੇ, ਉਹ ਕਿਉਂ ਨਹੀਂ ਲਿਖ ਕੇ ਭੇਜਦੇ ਉਹਨਾਂ ਨੂੰ, ਐਡਵਾਈਸ ਕਰਨ, ਉਹਨਾਂ ਨੂੰ ਰਿਟਨ ਭੇਜਣ, ਬਲੈਕ ਐਂਡ ਵਾਈਟ, ਮੂੰਹ ਨਾਲ ਗੱਲਾਂ ਨਹੀਂ ਕਰਨ। ਆਪਣਾ ਉਹਨਾਂ ਦਾ ਇੱਕ ਸੰਵਿਧਾਨਕ ਆਫਿਸ ਆ, ਉਹ ਸੰਵਿਧਾਨਕ ਆਫਿਸ ਜਿਹੜੇ ਕਮਿਸ਼ਨਰ ਆਫ ਪੁਲਿਸ ਆ ਉਹ ਵੀ ਸੰਵਿਧਾਨਕ ਆਫਿਸ 'ਚ ਬੈਠੇ ਆ, ਜਿਹੜਾ ਸਟੇਟ ਦਾ ਚੀਫ ਆ ਉਹ ਵੀ ਸੰਵਿਧਾਨਕ ਆਫਿਸ 'ਚ ਬੈਠਾ, ਕਿਉਂ ਨਹੀਂ ਇੱਕ ਆਫਿਸ ਦੂਜੇ ਆਫਿਸ ਨੂੰ ਐਡਵਾਈਸ ਕਰਦਾ ਵੀ ਆਹ ਚੀਜ਼ ਕਿਉਂ ਹੋ ਰਹੀ ਹੈ? ਚਲੋ ਘੱਟੋ ਘੱਟ ਬਲੈਕ ਐਂਡ ਵਾਈਟ ਤੇ ਆਵੇ, ਕੋਈ ਬੰਦਾ ਹਾਈ ਕੋਰਟ ਤੇ ਲਿਜਾ ਸਕੇ ਵੀ ਆਹ ਕੁਛ ਹੋ ਰਿਹਾ। ਕਾਰ ਨੇ ਜੇ ਹੈਲਪ ਕਰਨੀ ਹੈ ਤਾਂ ਸਿਰਫ ਗੱਲਾਂ, ਕਿਸਾਨ ਤੇ ਹਰ ਬੰਦਾ ਇਸ ਵੇਲੇ ਪੋਲੀਟਿਕਸ ਕਰ ਰਿਹਾ, ਕਿਸਾਨ ਤੇ ਸਦਾ ਹੀ ਹੁੰਦੀ ਆਈ ਆ ਸਦਾ, ਪਰ ਇਹ ਆ ਵੀ ਜੇ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਜਿਹੜੀ ਆ ਉਹ ਸਾਰੀ ਇਕਜੁੱਟ ਰਹੂਗੀ ਤਾਂ ਜ਼ਰੂਰ ਇਸ ਗੱਲ ਦਾ ਇਨਸਾਫ ਪਾ ਸਕੂਗੀ, ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲੂਗਾ। 26 ਤਾਰੀਖ ਨੂੰ ਇੱਕ ਘਟਨਾ ਵਾਪਰਦੀ ਹੈ, ਉਹ ਆਪਾਂ ਸਾਰੇ ਜਾਣਦੇ ਆ, ਪਰ ਉਸੇ ਦੌਰਾਨ ਇੱਕ ਨੌਜਵਾਨ ਨਵਰੀਤ ਸਿੰਘ ਦੀ ਸ਼ਹਾਦਤ ਹੁੰਦੀ ਹੈ, ਤੇ ਉਹ ਸ਼ੱਕ ਦੀ ਸੂਈ ਵੀ ਪੁਲਿਸ ਤੇ ਜਾਂਦੀ ਹੈ ਤੇ ਉਸ ਦੀ ਕੋਈ ਗੱਲ ਵੀ ਨਹੀਂ ਕਰ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਬੜੇ ਦੁੱਖ ਦੀ ਗੱਲ ਹੈ ਜੀ। ਇਹ ਇੱਕ ਬੱਚਾ ਗਿਆ ਹੈ ਜੀ, ਇੱਕ ਭੈਣ ਦਾ ਸੁਹਾਗ ਗਿਆ ਹੈ। ਉਹਦੇ ਬਾਰੇ ਮੈਂ ਜਿੰਨੇ ਦਿਨ ਤੋਂ 26 ਤੋਂ ਬਾਅਦ ਜਿੰਨੀਆਂ ਵੀ ਮੈਂ ਇੰਟਰਵਿਊਜ਼ ਕਿਸਾਨ ਲੀਡਰਸ ਦੀਆਂ ਸੁਣ ਰਿਹਾ, ਬੜੇ ਦੁੱਖ ਨਾਲ ਤੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਕੋਈ ਬੰਦਾ ਉਸ ਬੱਚੇ ਦੀ ਗੱਲ ਨਹੀਂ ਕਰ ਰਿਹਾ। ਜੇ ਆਪਾਂ ਦਾ ਵਖਰੇਵਾਂ ਹੈ ਵੀ ਆ, ਜਿਹੜੀ ਲੀਡਰਸ਼ਿਪ ਉਹਨਾਂ ਨੂੰ ਉਧਰ ਨੂੰ ਲੈ ਗਈ, ਉਹਦੇ ਨਾਲ ਵਖਰੇਵਾਂ ਹੈ ਨਾ, ਪਬਲਿਕ ਨਾਲ ਤੇ ਸਾਡਾ ਕੋਈ ਨਹੀਂ ਹੈ, ਉਹ ਤਾਂ ਸਾਡੇ ਹੀ ਪੁੱਤ ਭਰਾ ਸੀਗੇ, ਬੱਚੇ ਸੀਗੇ। ਮੇਰੇ ਹਿਸਾਬ ਨਾਲ ਸਾਰੀ ਦੀ ਸਾਰੀ ਅੱਜ ਤੱਕ ਸਵਾਏ ਮੈਂ ਸੁਖਪਾਲ ਖਹਿਰੇ ਨੂੰ, ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਨੂੰ ਸੁਣਿਆ ਵੀ ਉਹ ਇਹਦੇ ਬਾਰੇ ਥੋੜੀ ਬਹੁਤ ਹਾਂ ਦਾ ਨਾਰਾ ਮਾਰ ਰਹੇ ਆ, ਹੋਰ ਮੈਂ ਅਜੇ ਤੱਕ ਕਿਸੇ ਦਾ ਨਹੀਂ ਸੁਣਿਆ, ਜਦ ਕਿ ਇਹ ਮਾੜੀ ਗੱਲ ਹੈ ਲੀਡਰਸ਼ਿਪ ਲਈ। ਇੱਕ ਬੱਚਾ ਗਿਆ ਆ, ਘੱਟੋ ਘੱਟ ਉਹਦੇ ਲਈ ਹਾਂ ਦਾ ਨਾਰਾ ਤੇ ਮਾਰਨਾ ਜ਼ਰੂਰੀ ਆ ਨਾ। ਉਹ ਕਿੰਨੇ ਖੜਿਆ, ਉੱਥੇ ਕੌਣ ਲੈ ਗਿਆ, ਉਹ ਇੱਕ ਵੱਖਰੀ ਗੱਲ ਆ। ਜੇ ਆਪਾਂ ਸ਼੍ਰੀ ਟਕੈਤ ਸਾਹਿਬ ਦੇ ਇੱਕ ਅਥਰੂ ਦੇ ਵਗਿਆ ਪਾਣੀ ਉਹਨਾਂ ਦੀਆਂ ਅੱਖਾਂ ਚੋਂ ਡਿੱਗਿਆ ਤੇ ਲੋਕ ਟੁੱਟ ਕੇ ਮਗਰ ਪੈ ਗਏ, ਉਸ ਬੱਚੇ ਦਾ ਤੇ ਖੂਨ ਡੁੱਲਿਆ, ਉਹਦਾ ਕੋਈ ਮੁੱਲ ਨਹੀਂ ਪਊਗਾ। ਮੈਂ ਕਿਹਾ ਉਹਦਾ ਵਿਚਾਰੇ ਦਾ ਕੋਈ ਹਾਂ ਦਾ ਨਾਰਾ ਤੇ ਮਾਰੋ ਉਹਦੇ ਵਾਸਤੇ। ਇਹ ਮਾੜੀ ਗੱਲ ਹੈ, ਲੀਡਰਸ਼ਿਪ ਨੂੰ ਇਹ ਸੋਚਣਾ ਚਾਹੀਦਾ ਇਹਦੇ ਬਾਰੇ। ਕੱਲ ਦੇ ਟਵਿੱਟਰ ਦੇ ਉੱਤੇ ਟਕੈਤ ਸਾਹਿਬ ਦੀ ਜਿਹੜੇ ਹੰਝੂਆਂ ਦੀ ਬਹੁਤ ਜ਼ਿਆਦਾ ਵੈਲਿਊ ਪਈ ਹੈ, ਬਹੁਤ ਜ਼ਿਆਦਾ ਚਰਚਾ ਚੱਲਦੀ ਹੈ। ਤੇ ਕੱਲ ਰਾਤ ਹੀ ਇੱਕ ਹੋਰ ਜਿਹੜੀ ਹੈ ਨੌਜਵਾਨ ਜਿਹਦੇ ਕੇਸ ਖਿਲ ਰਹੇ ਹੋਏ ਆ, ਤੁਸੀਂ ਦੇਖੀ ਹੋਣੀ ਹੈ, ਤੇ ਉਹਦੇ ਪੱਥਰ ਵੱਜੇ ਆ ਤੇ ਬਲੱਡ ਨਿਕਲਦਾ ਸਾਰੇ ਫੇਸ ਤੇ। ਪੁਲਿਸ ਇੰਨੀ ਨਿਰਦਈ ਕਿਵੇਂ ਹੋ ਗਈ ਵੀ ਉਸ ਦੀ ਕੋਈ ਆਵਾਜ਼ ਸੁਣਨ ਨੂੰ ਤਿਆਰ ਨਹੀਂ, ਸਾਡੀ ਕੋਈ ਜਥੇਬੰਦੀ ਵੀ ਉਸ ਪਾਸੇ ਵੱਲ ਧਿਆਨ ਦੇਣ ਨੂੰ ਤਿਆਰ ਨਹੀਂ, ਸਾਡੇ ਵਾਲੇ ਨਹੀਂ। ਕਈ ਬਿਆਨ ਆਉਂਦੇ ਆ ਕਿ ਸਾਡਾ ਇਹਨਾਂ ਨਾਲ ਸੰਬੰਧ ਕੋਈ ਨਹੀਂ। ਇਹ ਬਿਲਕੁਲ ਗਲਤ ਬਿਆਨ ਨੇ ਜੀ। ਦੇਖੋ,
ਤਿਰੰਗੇ ਦੀ ਤਾਂ ਕੋਈ ਬੇਇੱਜ਼ਤੀ ਹੋਈ ਨਹੀਂ, ਕਿਸੇ ਨੇ ਨਹੀਂ ਕੀਤੀ। ਤਿਰੰਗਾ ਸਤਿਕਾਰਯੋਗ ਆ, ਸਦਾ ਹੀ ਸਤਿਕਾਰਯੋਗ ਰਹੇਗਾ, ਪਰ ਉਸ ਬੰਦੇ ਦੇ ਕੇਸਾਂ ਦੀ ਬੇਅਦਬੀ ਹੋ ਰਹੀ ਆ। ਸਾਨੂੰ ਉਹੀ ਗੱਲ ਆ ਵੀ ਜੇ ਉਹਦੇ ਨਾਲ ਅੱਜ ਆਪਾਂ ਖੜਾਂਗੇ ਨਹੀਂ ਨਾ ਨਾਲ ਕਿਸੇ ਦੇ, ਤੇ ਕੱਲ ਨੂੰ ਸਾਡੇ ਤੋਂ ਪਿੱਛੋਂ ਪਬਲਿਕ ਪਿੱਛੇ ਹਟਣੀ ਸ਼ੁਰੂ ਹੋ ਜਾਏਗੀ, ਜਿਹੜੀ ਬਹੁਤ ਮਾੜੀ ਗੱਲ ਹੋਊਗੀ ਐਜੀਟੇਸ਼ਨ ਵਾਸਤੇ, ਜਿਹੜੀ ਆਲਰੇਡੀ ਇੱਕ ਬੜਾ ਵੱਡਾ ਝਟਕਾ ਵੱਜਾ। ਇਹਨਾਂ ਨੂੰ ਲੀਡਰਸ਼ਿਪ ਨੂੰ ਉੱਥੇ ਰੌਲਾ ਪਾਉਣਾ ਚਾਹੀਦਾ। ਰੌਲਾ ਕੀ, ਉਹਦਾ ਜੋ ਵੀ ਉਹਦਾ ਵੱਧ ਤੋਂ ਵੱਧ ਜ਼ੋਰਦਾਰ ਤਰੀਕੇ ਨਾਲ ਉਹਦਾ ਵਿਰੋਧ ਕਰਨਾ ਚਾਹੀਦਾ ਵੀ ਇਹ ਕੁਛ ਅਸੀਂ ਤੁਹਾਨੂੰ ਨਹੀਂ ਕਰਨ ਦੇਣਾ। ਠੀਕ ਆ, ਸ਼ਾਂਤੀ ਰੱਖਣੀ ਚਾਹੀਦੀ ਆ। ਸਾਡਾ ਇਹ ਨਹੀਂ ਕੰਮ ਮਕਸਦ ਹੈਗਾ ਵੀ ਆਪਾਂ ਉੱਥੇ ਕੋਈ ਦੰਗਾ ਭੜਕਾਈਏ ਜਾਂ ਕਿਸੇ ਲੋਕਾਂ ਦੇ ਮਨ ਨੂੰ ਭੜਕਾਈਏ, ਪਰ ਆਪਣਾ ਵਿਰੋਧ ਤੇ ਜਤਾਉਣਾ ਚਾਹੀਦਾ ਘੱਟੋ ਘੱਟ ਵੀ ਹਾਂ ਮਤਲਬ ਅਸੀਂ ਹੈਗੇ ਆ, ਅਸੀਂ ਵਿਰੋਧ ਜਤਾ ਰਹੇ ਹਾਂ। ਜੇ ਕੁਝ ਗਲਤ ਹੋ ਰਿਹਾ ਤਾਂ ਅਸੀਂ ਵਿਰੋਧ ਜਤਾ ਰਹੇ ਹਾਂ। ਇੱਦਾਂ ਬਿਲਕੁਲ ਆਪਣੇ ਆਪ ਨੂੰ ਮਾਈਨਸ ਕਰ ਲਓਗੇ ਤਾਂ ਤੁਹਾਡੇ ਨਾਲ ਸੋਚਾਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ। ਤੁਹਾਡੀ ਵੱਖਰੀ ਹੋ ਸਕਦੀ ਹੈ, ਮੇਰੀ ਵੱਖਰੀ ਹੋ ਸਕਦੀ ਆ, ਕਿਸੇ ਹੋਰ ਦੀ ਵੱਖਰੀ ਹੋ ਸਕਦੀ ਹੈ। ਭਰਾਵਾਂ ਦੀ ਦੋਵਾਂ ਦੀ ਸੋਚ ਨਹੀਂ ਮਿਲਦੀ, ਕੋਈ ਗੱਲ ਨਹੀਂ, ਫਿਰ ਕੀ ਹੋਇਆ ਜੇ ਸੋਚ ਨਹੀਂ ਮਿਲਦੀ, ਪਰ ਘੱਟੋ ਘੱਟ ਧੱਕਾ ਤੇ ਨਾ ਹੋਣ ਦਿਓ ਨਾ। ਅਸੀਂ ਬਾਣੀ ਪੜ੍ਹਨ ਵਾਲੇ ਕਰ ਰਹੀ ਹੈ ਜਾਂ ਪੁਲਿਸ ਦੀ ਹਾਜ਼ਰੀ ਵਿੱਚ ਹੋ ਰਿਹਾ, ਅਸੀਂ ਬਾਣੀ ਪੜ੍ਹਨ ਵਾਲੇ ਅਨੇਕਤਾ ਵਿੱਚ ਏਕਤਾ ਲਿਆ ਸਕਦੇ ਹਾਂ ਕਿ ਨਹੀਂ? ਪੜ੍ਹਦੇ ਅਸੀਂ ਹਰ ਰੋਜ਼ ਹੈ ਵੀ ਅਨੇਕ ਹੈ ਫਿਰ ਏਕ ਹੈ। ਵਿਚਾਰਕ ਮਤਭੇਦ ਹੋ ਸਕਦੇ ਆ, ਪਰ ਸਾਡੇ ਵਿੱਚ ਏਕਾ ਤਾਂ ਸੰਭਵ ਹੈ ਜਿੱਥੇ ਤੱਕ, ਕਿਉਂਕਿ ਸਾਡਾ ਮਿਸ਼ਨ ਸਾਰਿਆਂ ਦਾ ਇੱਕ ਹੈ। ਬਿਲਕੁਲ ਜੀ। ਇਹ ਤਾਂ ਹੁਣ ਤੁਸੀਂ ਇੱਕ ਮਿੰਟ ਛੋਟੀ ਜਿਹੀ ਐਗਜ਼ਾਮਪਲ ਇਹੀ ਹੈ, ਟਕੈਤ ਭਰਾਵਾਂ ਦੀ ਐਗਜ਼ਾਮਪਲ ਹੈ। ਪਹਿਲਾਂ ਉਹਨਾਂ ਦੇ ਭਰਾ ਨੇ ਰੋਕਿਆ, ਉਹਨਾਂ ਦੀ ਸੋਚ ਹੋ ਸਕਦੀ ਜਦੋਂ ਇੱਧਰੋਂ ਅਪੀਲ ਜਾ ਰਹੀ ਸੀ ਉਧਰੋਂ ਰੋਕਿਆ ਜਾ ਰਿਹਾ ਸੀ, ਉਧਰੋਂ ਵਾਪਸ ਆਉਣ ਦੀ ਜਿਹੜੇ ਅਸਲ 'ਚ ਮੇਨ ਉਹਨਾਂ ਦੀ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਅਪੀਲ ਹੋ ਰਹੀ ਸੀ ਵੀ ਤੁਸੀਂ ਛੱਡ ਦਿਓ ਇਸ ਜਗ੍ਹਾ ਨੂੰ। ਸੋਚਾਂ ਵੱਖਰੀਆਂ ਸੀ, ਪਰ ਇੱਕ ਜਦੋਂ ਵੇਖਿਆ ਵੀ ਨਹੀਂ ਬਿਲਕੁਲ ਇਹ ਧੱਕੇ ਵਾਲਾ ਕੰਮ ਹੈ, ਦੈਨ ਫਿਰ ਛੱਡ ਕੇ ਸਾਰੇ ਨਾਲ ਆ ਗਏ। ਇਸੇ ਤਰ੍ਹਾਂ ਹੀ ਸਾਡੀ ਲੀਡਰਸ਼ਿਪ ਨੂੰ ਵੀ ਚਾਹੀਦਾ ਵੀ ਸਾਡੇ ਸੋਚਾਂ ਦੇ ਵੱਖਰੇਵੇਂ ਹੋ ਸਕਦੇ ਆ, ਸਾਡੇ ਉਹਨਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ। ਇੱਕ ਧੱਕਾ ਥੋੜਾ ਤੁਸੀਂ ਹੁਣ, ਅਸੀਂ ਤਾਂ ਕਹਿੰਦੇ ਸਿੱਖ ਆ, ਮੰਨ ਲਿਆ ਵੀ ਸਾਡੀ ਅਸੀਂ ਗੁੰਡਾਗਰਦੀ ਨਹੀਂ ਕਰਦੇ, ਪਰ ਸਿੱਖ ਘੱਟੋ ਘੱਟ ਧੱਕਾ ਆਪਾਂ ਕਹਿੰਦੇ ਵੀ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੰਦੇ, ਪਰ ਆਪਣੇ ਬੱਚੇ ਨਾਲ ਧੱਕਾ ਹੋ ਰਿਹਾ ਤੁਹਾਡੇ ਨਾਲ ਤੇ ਤੁਸੀਂ ਕੋਈ ਹਾਦਾ ਨਾਰਾ ਮਾਰਨ ਨੂੰ ਤਿਆਰ ਨਹੀਂ ਹੋ, ਔਰ ਤੁਹਾਡੇ ਸਾਹਮਣੇ ਤੁਹਾਡੇ ਲਾਗੇ ਹੋ ਰਿਹਾ, ਕੋਈ ਬਹੁਤ ਦੂਰ ਨਹੀਂ ਗਾ ਵੀ ਕਿਤੇ ਕੀ ਹੋ ਮਤਲਬ ਇਹਦੇ 'ਚ ਇਹ ਨਹੀਂ ਗਾ ਵੀ ਤੁਸੀਂ ਬਿਲਕੁਲ ਚੁੱਪ ਕਰਕੇ ਤੇ ਸਿਰਫ ਸ਼ਾਂਤੀ ਦਾ ਪਾਠ ਪੜ੍ਹਨਾ ਚਾਹੀਦਾ, ਪਰ ਘੱਟੋ ਘੱਟ ਆਪਣਾ ਵਿਰੋਧ ਜਿਹੜਾ ਉਹ ਜਤਾਉਣਾ, ਦਰਜ ਕਰਾਉਣਾ ਚਾਹੀਦਾ ਆਪਣਾ ਵੀ ਇਸ ਤਰ੍ਹਾਂ ਨਹੀਂ ਹੋਣਾ। ਜੇ ਵਿਰੋਧ ਦਰਜ ਨਹੀਂ ਕਰਾਉਣਗੇ ਤਾਂ ਧੱਕਾ ਹੁੰਦਾ ਇਸ ਤੋਂ ਅੱਗੇ ਵੱਧਦਾ ਜਾਊਗਾ, ਘਰ ਤੱਕ ਪਹੁੰਚ ਜਾਊਗਾ ਉਹ ਤਾਂ। ਇੱਕ ਲਾਸਟ ਸਵਾਲ, ਦਿੱਲੀ ਪੁਲਿਸ ਵੱਲੋਂ ਸੰਯੁਕਤ ਮੋਰਚੇ ਦੇ ਦਫ਼ਤਰ ਦੇ ਅੱਗੇ ਇੱਕ ਨੋਟਿਸ ਲਗਾਇਆ ਜਾ ਰਿਹਾ, 27 ਤਰੀਕ ਦੀ ਡੇਟ ਲਿਖੀ ਗਈ ਉਹਦੇ ਉੱਤੇ, ਤੇ ਕਿਹਾ ਵੀ 30 ਤਾਰੀਖ ਤੱਕ ਤੁਸੀਂ ਆਪਣਾ ਕਾਰਨ ਦੱਸੋ ਨੋਟਿਸ ਦਿੱਤਾ ਜਾ ਰਿਹਾ ਵੀ ਇਹ ਨੋਟਿਸ ਦਾ ਜਵਾਬ ਦੇਵੋ। ਤੁਸੀਂ 31 ਤਰੀਕ ਨੂੰ ਉਹਨਾਂ ਨੇ ਇੱਕ ਹੋਰ ਭੁੱਖ ਹੜਤਾਲ ਵੀ ਰੱਖੀ ਗਈ ਹੈ। ਤੁਹਾਨੂੰ ਲੱਗਦਾ ਵੀ ਇਹ ਸਾਰਾ ਪੂਰਾ ਜਿਵੇਂ ਤੁਸੀਂ ਪਹਿਲੇ ਦੱਸਿਆ ਗਿਆ ਵੀ ਆਰਗੇਨਾਈਜ਼ ਤਰੀਕੇ ਨਾਲ ਚੱਲ ਰਿਹਾ, ਵੀ ਪੂਰਾ ਪ੍ਰੈਸ਼ਰ ਕੀਤਾ ਜਾ ਰਿਹਾ ਪੁਲਿਸ ਦੇ ਰਾਹੀਂ ਕਿਸਾਨਾਂ ਦੇ ਉੱਤੇ? 110% ਇਹੀ ਹੋ ਰਿਹਾ ਆ। ਤੁਸੀਂ ਪਹਿਲਾਂ ਵੀ ਦੇਖੋ, ਪਹਿਲਾਂ ਉਹਨਾਂ ਨੂੰ NIA ਦੇ ਨੋਟਿਸ ਆਉਂਦੇ ਆ, ਕਦੀ ਕਿਸੇ ਨੂੰ ਆ ਜਾਂਦਾ ਕਦੀ ਕਿਸੇ ਨੂੰ ਆ ਜਾਂਦਾ। ਉਹ ਸਿਰਫ ਇੱਕ ਇਹਨੂੰ ਕਹਿੰਦੇ ਆ ਜੀ ਪ੍ਰੈਸ਼ਰ ਟੈਕਟਿਕਸ ਜੀ, ਇੱਕ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਦੇ ਪ੍ਰੈਸ਼ਰ ਕਰ ਇਹਨਾਂ ਤੇ ਬਿਲਡ ਕਰਕੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਮਤਲਬ ਜਿਹੜੀ ਅਸੀਂ ਵੀ ਕੁਛ ਇਹਨਾਂ ਕੋਲ ਉਹੀ ਗੱਲ ਵੀ ਗਿਵ ਐਂਡ ਟੇਕ ਵਾਲਾ ਮਸਲਾ ਕਿਤੇ ਨਾ ਕਿਤੇ ਇਹਨਾਂ ਨੂੰ ਮਨਾ ਲਿਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੈਸ਼ਰ ਕ੍ਰੀਏਟ ਕਰਕੇ। ਪਰ ਜਿਹੜਾ ਇਹ ਬੜਾ ਉਹਨਾਂ ਦਾ ਮਤਲਬ ਇੱਕ ਵਹਿਮ ਹੈ ਇਸ ਚੀਜ਼ ਦਾ ਵੀ ਇਸ ਤਰ੍ਹਾਂ ਕੀਤਿਆਂ ਨਹੀਂ ਕਦੀ ਵੀ ਇੱਦਾਂ ਹੁੰਦਾ। ਜੇ ਆਪਣੀ ਜਿਹੜੀ ਸਾਰੀਆਂ ਆਰਗੇਨਾਈਜੇਸ਼ਨ ਜਿੱਦਾਂ ਪਹਿਲਾਂ ਚੱਲ ਰਿਹਾ ਸੀਗਾ, ਇੱਕ ਪੜਾਅ ਆ, ਗਲਤੀ ਆ ਨਾ ਇੱਕ ਕਿਸੇ ਵੀ ਤਰੀਕੇ ਦੀ ਹੈਗੀ ਆ, ਉਹ ਕਿਸੇ ਕੋ ਵੀ ਹੋ ਸਕਦੀ ਹੈ। ਇਨਸਾਨ ਕੋਈ ਵੀ ਪਰਫੈਕਟ ਨਹੀਂ, ਅਸੀਂ ਦੇਵਤੇ ਨਹੀਂ ਗੇ, ਕੋਈ ਕਰ ਗਿਆ ਕਿਸੇ ਵੱਲੋਂ ਹੋ ਗਈ, ਉਸ ਨੂੰ ਪਾਸੇ ਰੱਖ ਕੇ ਆਪਣਾ ਏਕਾ ਬਣਾਈ ਰੱਖਣ। 100% ਜਿਹੜੀ ਇਹ ਪੁਲਿਸ ਆ ਉਹ ਤਾਂ ਇੱਕ ਹੱਥ ਠੋਕੇ ਦੇ ਤੌਰ ਤੇ ਕੰਮ ਕਰ ਰਹੀ ਹੈ ਨਾ ਜੀ। ਉਧਰੋਂ ਡਾਇਰੈਕਸ਼ਨ ਹੋ ਗਈ ਤਾਂ ਇਹਨਾਂ ਲਈ ਤਾਂ ਸਭ ਉਹ ਜਿਹੜੇ ਨੋਟਿਸ ਵਾਪਸ ਹੋ ਜਾਣਗੇ, ਕੁਛ ਵੀ ਸਭ ਕੁਝ। ਜਦੋਂ ਮੰਨ ਲਓ ਸਰਕਾਰ ਕੱਲ ਨੂੰ ਸਰਕਾਰ ਨਾਲ ਸਮਝੌਤਾ ਹੋ ਜਾਂਦਾ ਵੀ ਨਹੀਂ ਜੀ ਅਸੀਂ ਕਾਨੂੰਨ ਵਾਪਸ ਹੋ ਜਾਂਦੇ, ਇਹ ਤਾਂ ਕਿਸੇ ਨੇ ਕੋਈ ਨੋਟਿਸ ਦਾ ਨਹੀਂ ਪੁੱਛਣਾ, ਕਿਸੇ ਨੇ ਨਾ ਪਹਿਲਾਂ ਕਦੀ ਆਏ ਆ ਨਾ ਬਾਅਦ ਚ ਕਦੀ ਆਉਣੇ ਆ। ਇਹ ਸਿਰਫ ਹੁਣ ਅੱਜ ਜਿਵੇਂ ਹੁਣ ਕੱਲ ਵੀ ਇੱਕ ਗੱਲ ਸੀਗੀ ਵੀ ਜਿਹੜੀ ਆਹ ਖਾਲੀ ਕਰਾਉਣ ਦੀ ਵੀ ਜਗ੍ਹਾ ਖਾਲੀ 26 ਤੋਂ ਪਹਿਲਾਂ ਤਾਂ ਕੋਈ ਗੱਲ ਨਹੀਂ ਸੀ, ਜਦੋਂ ਤੱਕ ਗੱਲਬਾਤ ਚੱਲਣ ਡਈ ਸੀ ਉਦੋਂ ਤੱਕ ਕੋਈ ਗੱਲਬਾਤ ਨਹੀਂ ਸੀਗੀ। ਅੱਜ ਗੱਲਬਾਤ ਟੁੱਟੀ ਆ ਤੇ ਉਹ ਆਪਣਾ ਪ੍ਰੈਸ਼ਰ ਜਿਹੜਾ ਉਹ ਕ੍ਰੀਏਟ ਕਰਨ ਰਹੇ ਆ ਵੀ ਆਪਾਂ ਪ੍ਰੈਸ਼ਰ ਕ੍ਰੀਏਟ ਕਰਕੇ ਤੇ ਇਹਨਾਂ ਨੂੰ ਇੱਥੋਂ ਉਠਾ ਦਈਏ, ਜਦ ਕਿ ਇਹੋ ਜਿਹਾ ਜਿਹੜਾ ਹੈਗਾ ਆ ਉਹ ਇਹਦਾ ਨਹੀਂ, ਕੁਛ ਇਹਦਾ ਕੋਈ ਇਹਦਾ ਮਤਲਬ ਨਹੀਂ ਹੈਗਾ। ਕੁਛ ਲੋਕਾਂ ਦੇ ਸਵਾਲ ਨੇ ਵੀ ਜਿਵੇਂ ਧੜਾਧੜ ਜਿਹੜੇ 32 ਕਿਸਾਨ ਯੂਨੀਅਨ ਹਨ, ਸਾਰਿਆਂ ਨੂੰ ਪਤਾ ਸੰਯੁਕਤ ਕਿਸਾਨ ਮੋਰਚਾ ਜਿਸ ਤਰ੍ਹਾਂ ਪੁਲਿਸ ਨਾਲ ਸਮਝੌਤਾ ਡਾਇਰੈਕਸ਼ਨ ਸੀ, ਸਾਰੇ ਉਸ ਦੇ ਅਕੋਰਡਿੰਗ ਸਾਰਾ ਕੰਮ ਹੋਇਆ, ਪਰ ਫਿਰ ਵੀ ਉਹਨਾਂ ਦੇ ਉੱਤੇ ਪਰਚੇ ਧੜਾਧੜ ਦਰਜ ਕੀਤੇ ਗਏ ਨੇ। ਤੁਹਾਨੂੰ ਲੱਗਦਾ ਵੀ ਉਹ ਪਰਚਿਆਂ ਦੀ ਕੋਈ ਵੈਲਿਊ ਨਹੀਂ ਤੇ ਉਹਨਾਂ ਦਾ ਕੁਛ ਨਹੀਂ ਵਿਗਾੜਿਆ ਜਾ ਸਕਦਾ? ਦੇਖੋ ਜੀ,
ਉਹ ਸਿਰਫ ਉਹੀ ਫਿਰ ਪਹਿਲੀ ਵਾਲੀ ਗੱਲ ਆ ਜਾਂਦੀ ਹੈ ਜੀ ਵੀ ਸਿਰਫ ਉਹਨਾਂ ਸਭ ਕੁਝ ਤੁਹਾਨੂੰ ਮੈਂ ਦੱਸਿਆ ਵੀ ਆਰਗੇਨਾਈਜ਼ਡ ਹੋਇਆ। ਕਾਰਨ ਸੀਗਾ ਵੀ ਉਹ ਪਿੱਛੋਂ ਕੋਈ ਇਸ਼ਾਰੇ ਜਿਹੜੇ ਚੱਲ ਰਹੇ ਸੀਗੇ, ਜਿੱਦਾਂ ਵੀ ਹੋਇਆ ਹੋ ਗਿਆ। ਹੋਣ ਤੋਂ ਬਾਅਦ ਜੀ ਜਿਹੜੇ ਬੰਦੇ ਉੱਥੇ ਗਏ ਹੀ ਨਹੀਂ ਜੀ, ਮੈਂ ਤੁਹਾਨੂੰ ਕਿਹਾ, ਮੈਂ ਉਹੀ ਗੱਲ ਕੀਤੀ ਨਾ ਵੀ ਇਹ ਜਿਹੜੇ ਆਪਣੇ ਕਮਿਸ਼ਨਰ ਆਫ ਪੁਲਿਸ ਦਿੱਲੀ ਨੇ, ਉਹ ਪ੍ਰੈਸ ਕਾਨਫਰੰਸ ਕਰਕੇ ਉਹਦਾ ਦੋਸ਼ ਹੈ ਜੀ, ਉਹ ਫਲਾਣੇ ਦਾ ਦੋਸ਼ ਹੈ। ਤੁਸੀਂ ਕੀ ਕਰ ਰਹੇ ਸੀਗੇ ਜੀ? ਐਡੀ ਵੱਡੇ ਆਰਗੇਨਾਈਜੇਸ਼ਨ ਨੂੰ ਤੁਸੀਂ ਕਮਾਂਡ ਕਰ ਰਹੇ ਹੋ, ਤੁਹਾਨੂੰ ਨਹੀਂ ਪਤਾ? ਤੁਹਾਨੂੰ ਤਾਂ ਇਕੱਲੇ ਇਕੱਲੇ ਬੰਦੇ ਦਾ ਪਤਾ ਹੋਣਾ ਚਾਹੀਦਾ ਸੀ ਵੀ ਕਿਹੜੇ ਨੇ ਜਾਣਾ ਤੇ ਕਿੱਥੇ ਜਾਣਾ। ਅੱਜ ਜਿਹੜੇ ਬੰਦੇ ਗਏ ਹੀ ਨਹੀਂ, ਜਿਨ੍ਹਾਂ ਨੇ ਵੇਖਿਆ ਵੀ ਗੜਬੜ ਹੋ ਗਈ, ਆਪਣੀਆਂ ਉਹਨਾਂ ਨੂੰ ਸਾਰਿਆਂ ਨੂੰ ਹਦਾਇਤਾਂ ਦੇ ਦਿੱਤੀਆਂ ਵੀ ਵਾਪਸ ਆ ਜਾਓ। ਜਿਹੜੇ ਰੂਟ ਤੇ ਗਏ ਆ ਉਸੇ ਰੂਟ ਤੋਂ ਵੀ ਉਹ ਜਲਦੀ ਤੋਂ ਜਲਦੀ ਉਹਨਾਂ ਨੂੰ ਵਾਪਸ ਲੈ ਆਏ ਵੀ ਗੜਬੜ ਹੋ ਗਈ ਹੈ। ਉਹਨਾਂ ਬੰਦਿਆਂ ਨੂੰ ਉਹ ਤਾਂ ਸਾਫ਼ ਦਿਖ ਰਿਹਾ ਜੀ, ਉਹਨਾਂ ਨੂੰ ਵਿੱਚ ਐਵੇਂ ਇੰਟੈਂਗਲ ਕਰਕੇ ਤੇ ਉਹਨਾਂ ਨੂੰ ਸਿਰਫ ਇੱਕ ਹਰਾਸ ਕਰਕੇ ਤੇ ਘੱਟੋ ਘੱਟ ਇਹ ਸੋਚਿਆ ਜਾ ਰਿਹਾ ਵੀ ਸ਼ਾਇਦ ਇਹਨਾਂ ਨੂੰ ਏਦਾਂ ਹਰਾਸ ਕਰਾਂਗੇ ਤੇ ਇਹ ਮੰਨ ਜਾਣਗੇ, ਜਦ ਕਿ ਉਹ ਬੜੀ ਵੱਡੀ ਗਲਤਫਹਿਮੀ ਆ। ਉਹਨਾਂ ਨੂੰ ਪਹਿਲਾਂ ਹੀ ਦੇਖੋ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਨਾ, ਪਰ ਉਹਨਾਂ ਨੂੰ ਲੱਗ ਰਿਹਾ ਵੀ ਇਦਾਂ ਹੋ ਜਾਣਾ, ਪਰ ਇਦਾਂ ਹੋਣਾ ਨਹੀਂ ਹੈ। ਬੜੀ ਛੋਟੀ ਸੋਚ ਹੈ ਉਹਨਾਂ ਦੀ, ਜੇ ਉਹ ਇਹ ਸੋਚ ਰੱਖ ਕੇ ਚੱਲ ਰਹੇ ਆ। ਤਾਂ ਲਾਸਟ ਦੇ ਵਿੱਚ ਤੁਸੀਂ ਪੂਰੇ ਕਿਸਾਨ ਅੰਦੋਲਨ ਨੂੰ ਕੀ ਕਹਿਣਾ ਚਾਹੋਗੇ? ਜੇ ਪੁਲਿਸ ਆਫੀਸਰ ਹੋਣ ਦੇ ਨਾਤੇ ਤੁਸੀਂ ਕੀ ਕਹੋਗੇ ਵੀ ਮੋਰਚਾ ਏਦਾਂ ਫਤਿਹ ਹੋਏਗਾ? ਦੇਖੋ ਜੀ, ਕਿਸਾਨ ਲੀਡਰਾਂ ਨੂੰ, ਸਾਰਿਆਂ ਨੂੰ, ਕਿਸਾਨ ਲੀਡਰਾਂ ਨੂੰ, ਉੱਥੋਂ ਦੀ ਪ੍ਰੈਸ ਨੂੰ, ਜਿਹੜੇ ਟੀਵੀ ਖਾਲਿਸਤਾਨ ਕਰ ਰਹੇ ਉਹਨਾਂ ਨੂੰ ਮੈਂ ਸਿਰਫ ਇੱਕ ਦੱਸਣਾ ਚਾਹੂੰਗਾ ਜੀ, ਮੈਂ ਜਿੰਨਾ ਕਿ ਇਹਨੂੰ ਵਾਚ ਕੀਤਾ ਇਸ ਅੰਦੋਲਨ ਨੂੰ, ਮੈਂ ਰਿਟਾਇਰਡ ਪੁਲਿਸ ਅਫਸਰ ਵੀ ਜਿਨ੍ਹਾਂ ਨੇ ਖਾੜਕੂਵਾਦ ਦੇ ਵਿੱਚ ਬੜੇ ਵੱਡੇ ਪੱਧਰ ਤੇ ਕੰਮ ਕੀਤਾ, ਉਹ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਵੀ ਆਣ ਕੇ ਉਹ ਵਿੱਚ ਇਸ ਅੰਦੋਲਨ 'ਚ ਸ਼ਾਮਲ ਹੋਏ ਆ। ਸੋ ਇਹ ਤਾਂ ਕਲੀਅਰ ਕੱਟ ਆ ਵੀ ਇਹ ਕੋਈ ਖਾਲਿਸਤਾਨ ਵਾਲਾ ਅੰਦੋਲਨ ਨਹੀਂ ਸੀ, ਇਹ ਸਿਰਫ ਇੱਕ ਨਾਂ ਦਿੱਤਾ ਜਾ ਰਿਹਾ। ਬਟ ਮੈਂ ਸਾਰੀ ਲੀਡਰਸ਼ਿਪ ਨੂੰ ਇਹ ਬੇਨਤੀ ਕਰਦਾ ਵੀ ਕੋਈ ਕਿਸੇ ਵੀ ਸੋਚ ਦਾ ਮਾਲਕ ਹੋ ਸਕਦਾ, ਉਹਨੂੰ ਤੁਸੀਂ ਗਲ ਵਕੜੀ 'ਚ ਲਾਓ ਤੇ ਏਕਾ ਵਿਖਾਓ। ਜੇ ਕਿਸੇ ਨੇ ਕੋਈ ਗਲਤੀ ਕੀਤੀ ਵੀ ਆ, ਉਹਦੀ ਗਲਤੀ ਦਾ ਘਰ ਜਾ ਕੇ ਬਾਅਦ 'ਚ ਕਰ ਲਿਓ ਹਿਸਾਬ ਕਿਤਾਬ। ਆਪਣੇ ਘਰ ਜਦੋਂ ਆਪਾਂ ਜਿੱਤ ਕੇ ਚੱਲ ਜਾਾਂਗੇ ਆਪਣੇ ਘਰ, ਉੱਥੇ ਜਾ ਕੇ ਕਰਿਓ। ਉੱਥੇ ਹਿਸਾਬ ਜਿਹੜਾ ਨਾ ਇਹ ਵੇਲਾ ਨਹੀਂ ਆ। ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ, ਜਿੰਨੀ ਵੀ ਲੀਡਰਸ਼ਿਪ ਆ, ਭਾਵੇਂ ਉਹ ਗਰਮ ਖਿਆਲੀ ਆ ਤੇ ਭਾਵੇਂ ਨਰਮ ਖਿਆਲੀ ਆ, ਇਕੱਠੇ ਹੋ ਜਾਓ। ਅੱਜ ਵੀ ਮੈਂ ਉਹ ਕੰਵਰ ਗਰੇਵਾਲ ਦੀ ਵੀ ਇੱਕ ਚੀਜ਼ ਸੁਣ ਰਿਹਾ ਸੀਗਾ, ਬਹੁਤ ਮੈਂ ਅੱਜ ਸੋਚਦਾ ਵੀ ਜਿਹੜੀ ਆਪਣੀ ਗਾਇਕ ਜਿਹੜੀ ਹੈਗੀ ਨੌਜਵਾਨ ਇਹਨੂੰ ਹੈਗੀ ਨਾ, ਨੌਜਵਾਨੀ ਹੈ ਜਿਹੜੀ, ਉਹਨੂੰ ਗਾਇਕਾਂ ਨੇ ਬੜੀ ਸੋਹਣੀ ਸੇਧ ਦੇ ਕੇ ਇੱਥੇ ਲਿਆਂਦਾ। ਅੱਜ ਵੀ ਮੇਰੀ ਸਾਰਿਆਂ ਨੂੰ, ਉਹਨਾਂ ਨੂੰ ਵੀ ਬੇਨਤੀ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰ ਦਿਓ। ਬਾਕੀ ਗੱਲਾਂ ਦੇ ਹਿਸਾਬ ਕਿਤਾਬ ਆਪਣੇ ਘਰ ਜਾ ਕੇ ਕਰ ਲਾਂਗੇ ਜਦੋਂ ਸਾਰਾ ਕੁਝ ਹੋ ਜਾਊਗਾ। ਉਦੋਂ ਹੁਣ ਜਿੰਨੇ ਵੀ ਸਮੂਹ ਇੱਥੋਂ NRIs ਨੇ, ਈਵਨ ਮੈਂ ਕਾਲਾ ਅਫਗਾਨਾ ਪਿੰਡ ਹੈ ਮੇਰਾ, ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ, ਉੱਥੋਂ ਵੀ ਸਾਡੇ ਪਿੰਡਾਂ ਤੋਂ ਕਿੱਥੋਂ ਤੱਕ ਲੋਕਾਂ ਨੇ ਕਿੰਨੇ ਗੇੜੇ ਦਿੱਲੀ ਨੂੰ ਲਾਏ ਆ। ਤੇ ਇਹ ਅੰਦੋਲਨ ਜਿਹੜਾ ਉਹ ਸਾਰਿਆਂ ਇਸ ਕਰਕੇ ਨਹੀਂ ਲਾਏ ਵੀ ਇਹਨੂੰ ਮਾੜੀ ਜੀ ਗੱਲ ਤੇ ਜਾਂ ਆਪੋ ਆਪਣੀ ਈਗੋ ਦੇ ਕਰਕੇ ਇਹਨੂੰ ਫੇਲ ਕਰਕੇ ਘਰ ਲੈ ਜਾਈਏ। ਉਹ ਇਸ ਕਰਕੇ ਲਾਏ ਆ ਵੀ ਇਹ ਕਿਸਾਨ ਜਿਹੜੇ ਹੈਗੇ ਆ ਬਿੱਲ ਆ, ਖੇਤੀ ਬਿੱਲ ਆ, ਇਹਨਾਂ ਨੂੰ ਰੱਦ ਕਰਾਇਆ ਜਾਵੇ। ਤੇ ਉਹ ਏਕੇ ਤੋਂ ਬਗੈਰ ਨਹੀਂ ਹੋਣੇ। ਤੇ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਵੀ ਕਾਈਂਡਲੀ ਆਪੋ ਆਪਣੀ ਈਗੋ ਨੂੰ ਪਿੱਛੇ ਛੱਡਦਿਆਂ ਹੋਇਆਂ ਇਸ ਚੀਜ਼ ਤੋਂ ਪਿੱਛੇ ਹਟੋ। ਇਹਨਾਂ ਤੋਂ ਜਵਾਬ ਮੰਗੋ। ਜੋ ਇਹ ਉੱਥੇ ਹੋ ਰਿਹਾ, ਇਹ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਜਵਾਬ ਦੇ ਨੇ। ਕਿਉਂ ਨਹੀਂ ਜਵਾਬ ਲੈ ਰਹੇ? ਜੇ ਇਕੱਠੇ ਨਹੀਂ ਹੋਗੇ ਤੁਸੀਂ ਜਵਾਬ ਨਹੀਂ ਲੈ ਸਕਦੇ, ਤੇ ਇਹੋ ਕੁਛ ਤੁਹਾਡੇ ਜੁੱਤੀਆਂ ਮਾਰਨਗੇ, ਤੁਸੀਂ ਇੱਦਾਂ ਹੀ ਖਾਣੀਆਂ ਪੈਣਗੀਆਂ। ਤੁਸੀਂ ਹਾਂ ਦਾ ਨਾਅਰਾ ਮਾਰੋ ਤੇ ਸਾਰੇ ਇਕੱਠੇ ਹੋ ਜਾਓ। ਮੇਰੀ ਜਾਂ ਮੇਰਾ ਖਿਆਲ ਮੇਰੇ ਵਰਗੇ ਸਾਰੇ ਲੋਕਾਂ ਦੀ ਇਹੀ ਬੇਨਤੀ ਆ ਉਹਨਾਂ ਨੂੰ ਵੀ ਪੰਜਾਬ ਤੁਹਾਨੂੰ ਬੇਨਤੀ ਕਰਦਾ ਜੀ ਹੱਥ ਜੋੜ ਕੇ, ਵੀ ਪੰਜਾਬ ਵੱਲੋਂ ਬੇਨਤੀ ਆ। ਬਾਹਰ NRI ਜਿਹੜੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਾਰੇ ਥਾਂ ਬੈਠੇ ਆ, ਉਹਨਾਂ ਵੱਲੋਂ ਬੇਨਤੀ ਆ ਵੀ ਪਲੀਜ਼ ਇਕੱਠੇ ਹੋ ਜਾਓ। ਜਿੰਨਾ ਹੀ ਮਤਲਬ ਇੰਨਾ ਜ਼ੋਰ ਲਾਇਆ ਉਹਨੂੰ ਕਿਤੇ ਉਹ ਸਾਰੇ ਕੁਛ ਨੂੰ ਮਤਲਬ ਪਰਮਾਤਮਾ ਕਰੇ ਵੀ ਉਸ ਚੀਜ਼ ਨੂੰ ਕਾਮਯਾਬੀ ਮਿਲੇ। ਤੁਹਾਡਾ ਬਹੁਤ ਧੰਨਵਾਦ ਜੀ। ਤੁਸੀਂ ਆਪਣਾ ਕੀਮਤੀ ਸਮਾਂ ਦੇਰ ਰਾਤ ਤੱਕ, ਤੁਹਾਨੂੰ ਪਤਾ ਵੀ ਅਮਰੀਕਾ ਦੇ ਵਿੱਚ ਇਸ ਵੇਲੇ ਕਾਫੀ ਰਾਤ ਹੋ ਚੁੱਕੀ ਹੈ, ਤੁਸੀਂ ਸਮਾਂ ਕੱਢਿਆ, ਅਪੀਲ ਕੀਤੀ। ਤੁਹਾਡਾ ਰੀਅਲੀ ਵੀ ਗ੍ਰੇਟ ਐਪਰੀਸ਼ੀਏਟ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।